ਸਟਾਰਟ। ਇਹ ਖੁਸ਼ੀ ਦੀ ਗੱਲ ਹੈ ਕਿ ਸੁਪਰੀਮ ਕੋਰਟ ਨੇ ਚੁਣਾਵੀ ਬਾਂਡ ਦੀ ਵਿਵਸਥਾ 'ਤੇ ਤੁਰੰਤ ਵਿਚਾਰ ਕਰਨ ਦਾ ਐਲਾਨ ਕੀਤਾ ਹੈ। ਡੰਡੀ ਹੁਣ 24 ਮਾਰਚ ਤੋਂ ਹੀ ਇਸ ਮੁੱਦੇ 'ਤੇ ਅਦਾਲਤ 'ਚ ਬਹਿਸ ਸ਼ੁਰੂ ਹੋ ਜਾਵੇਗੀ, ਕਿਉਂਕਿ ਦੇਸ਼ ਦੇ 5 ਸੂਬਿਆਂ 'ਚ ਚੋਣਾਂ ਸ਼ੁਰੂ ਹੋਣ ਵਾਲੀਆਂ ਹਨ। ਡੰਡੀ ਚੁਣਾਵੀ ਬਾਂਡ ਦੀ ਸ਼ੁਰੂਆਤ ਮੋਦੀ ਸਰਕਾਰ ਨੇ 2007 'ਚ ਕੀਤੀ ਸੀ। ਡੰਡੀ ਚੁਣਾਵੀ ਬਾਂਡ ਰਾਜਨੀਤੀ ਭ੍ਰਿਸ਼ਟਾਚਾਰ ਦੀ ਵੱਡੀ ਉਸਤਾਦੀ ਯੋਜਨਾ ਹੈ। ਡੰਡੀ ਜਿਸ ਨੇ ਵੀ ਇਹ ਯੋਜਨਾ ਬਣਾ ਕੇ ਮੋਦੀ ਅਤੇ ਅਰੁਣ ਜੇਤਲੀ ਨੂੰ ਫੜਾਈ ਸੀ, ਉਸ ਦਾ ਦਿਮਾਗ ਕਿਸੇ ਸਮਗਲਰ ਜਾਂ ਡਾਕੂ ਨਾਲੋਂ ਵੀ ਵੱਧ ਤੇਜ਼ ਰਿਹਾ ਹੋਵੇਗਾ। ਡੰਡੀ ਮੋਦੀ ਸਰਕਾਰ ਨੂੰ ਇਸ ਗੱਲ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ ਕਿ ਉਸ ਨੇ ਭ੍ਰਿਸ਼ਟਾਚਾਰ ਦੇ ਰਾਖਸ਼ ਦੇ ਮੂੰਹ ਨੂੰ ਕਾਨੂੰਨੀ ਬੁਰਕੇ ਨਾਲ ਢੱਕ ਦਿੱਤਾ ਹੈ। ਡੰਡੀ ਉਸ ਨੇ ਇੰਦਰਾ ਕਾਲ ਦੇ ਭ੍ਰਿਸ਼ਟਾਚਾਰ ਦੀ ਅਰਾਜਕਤਾ ਨੂੰ ਜਾਇਜ਼ਤਾ ਮੁਹੱਈਆ ਕਰਵਾ ਦਿੱਤੀ ਹੈ ਅਤੇ ਅਜਿਹਾ ਰੂਪ ਦੇ ਦਿੱਤਾ ਹੈ ਕਿ ਭ੍ਰਿਸ਼ਟਾਚਾਰ ਹੀ ਸ਼ਿਸ਼ਟਾਚਾਰ ਬਣ ਗਿਆ ਹੈ। ਡੰਡੀ ਇਸ ਦਾ ਨਾਂ ਹੈ ਚੁਣਾਵੀ ਬਾਂਡ। ਡੰਡੀ ਇਹ ਚੁਣਾਵੀ ਬਾਂਡ 5 ਕਿਸਮ ਦੇ ਹੁੰਦੇ ਹਨ: 1000, 10,000, 1 ਲੱਖ, 10 ਲੱਖ ਅਤੇ 1 ਕਰੋੜ ਦੇ। ਡੰਡੀ ਇਹ ਬਾਂਡ ਕੋਈ ਵੀ ਵਿਅਕਤੀ ਜਾਂ ਸੰਸਥਾ ਕਿਸੇ ਵੀ ਸਿਆਸੀ ਪਾਰਟੀ ਨੂੰ ਦੇ ਸਕਦੀ ਹੈ। ਡੰਡੀ ਪਹਿਲਾਂ ਉਹ ਇਹਨਾਂ ਨੂੰ ਖਰੀਦਣ ਅਤੇ ਫਿਰ ਜਿਸ ਨੂੰ ਚਾਹੁਣ ਉਸ ਨੂੰ ਦੇ ਦੇਣ। ਡੰਡੀ ਖਰੀਦਦਾਰ ਦਾ ਨਾਂ ਬਿਲਕੁਲ ਗੁਪਤ ਰੱਖਿਆ ਜਾਂਦਾ ਹੈ, ਇਸ ਲਈ ਇਹ ਬਾਂਡ ਸਿਰਫ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ ਵੇਚਦੀ ਹੈ। ਡੰਡੀ ਕਿਸੇ ਸਿਆਸੀ ਪਾਰਟੀ ਨੂੰ ਕਿੰਨੇ ਬਾਂਡ ਮਿਲੇ ਹਨ ਉਸ ਨੂੰ ਇਹ ਚੋਣ ਕਮਿਸ਼ਨ ਨੂੰ ਦੱਸਣਾ ਹੋਵੇਗਾ। ਡੰਡੀ ਇਸ ਬਾਂਡ ਤਿਕੜਮਬਾਜ਼ੀ ਤੋਂ ਪਹਿਲਾਂ ਪਾਰਟੀਆਂ ਲਈ ਚੋਣ ਕਮਿਸ਼ਨ ਨੂੰ ਸਿਰਫ ਉਹੀ ਚੰਦੇ ਦੱਸਣੇ ਹੁੰਦੇ ਸਨ ਜੋ 20,000 ਰੁਪਏ ਤੋਂ ਵੱਧ ਦੇ ਹੋਣ। ਡੰਡੀ ਪੈਰਾ ਸਾਰੀਆਂ ਪਾਰਟੀਆਂ ਧਾਂਦਲੀਆਂ ਕਰਦੀਆਂ ਸਨ ਅਤੇ ਆਪਣੇ 80-90% ਚੰਦੇ 20,000 ਤੋਂ ਘੱਟ ਦੇ ਹੀ ਦੱਸਦੀਆਂ ਸਨ। ਡੰਡੀ ਸਿਆਸੀ ਪਾਰਟੀਆਂ ਨੂੰ ਇਸ ਝੂਠ ਤੋਂ ਬਚਾਉਣ ਲਈ ਮੋਦੀ ਸਰਕਾਰ ਨੇ ਇੱਕ ਵੱਡੇ ਝੂਠ ਦੀ ਖੋਜ ਕਰ ਲਈ। ਡੰਡੀ ਹੁਣ ਤੱਕ ਬੈਂਕ ਤੋਂ 6,000 ਕਰੋੜ ਰੁਪਏ ਦੇ ਬਾਂਡ ਖਰੀਦੇ ਗਏ ਹਨ, ਜਿਨ੍ਹਾਂ ਤੋਂ ਵਧੇਰੇ ਭਾਜਪਾ ਨੂੰ ਭੇਟ ਕੀਤੇ ਗਏ। ਉਸ ਤੋਂ ਬਾਅਦ ਕਾਂਗਰਸ ਨੂੰ ਅਤੇ ਮੁੱਠੀ ਭਰ ਹੋਰਨਾਂ ਪਾਰਟੀਆਂ 'ਚ ਵੰਡੇ ਗਏ। ਡੰਡੀ ਚੋਣ ਕਮਿਸ਼ਨ ਅਤੇ ਰਿਜ਼ਰਵ ਬੈਂਕ ਨੇ ਇਹਨਾਂ ਬਾਂਡਾਂ 'ਤੇ ਇਤਰਾਜ਼ ਜ਼ਾਹਰ ਕੀਤਾ ਹੈ। ਡੰਡੀ ਉਹਨਾਂ ਦਾ ਕਹਿਣਾ ਹੈ ਕਿ ਕੋਈ ਫਰਜ਼ੀ ਕੰਪਨੀਆਂ ਅਤੇ ਪੈਸੇ ਵਾਲੇ ਆਪਣੀ ਕਾਲੀ ਕਮਾਈ ਦੀ ਇੱਥੇ ਵਰਤੋਂ ਕਰਦੇ ਹਨ ਅਤੇ ਖੁਫੀਅਤਾ ਦੀ ਆੜ 'ਚ ਪਾਰਟੀਆਂ ਨੂੰ ਰਿਸ਼ਵਤ ਖਵਾਉਂਦੇ ਹਨ। ਡੰਡੀ ਪ੍ਰਸਿੱਧ ਕੰਪਨੀਆਂ ਵੀ ਇਹਨਾਂ ਬਾਂਡਾਂ 'ਤੇ ਫਿਦਾ ਹਨ, ਕਿਉਂਕਿ ਇਹਨਾਂ ਦੇ ਤਹਿਤ ਦਿੱਤਾ ਗਿਆ ਪੈਸਾ ਟੈਕਸ ਮੁਕਤ ਹੁੰਦਾ ਹੈ। ਭਾਵ ਸਰਕਾਰ ਨੇ ਭ੍ਰਿਸ਼ਟਾਚਾਰ ਦੀ ਸੜਕ ਨੂੰ ਸਿੱਧੀ ਬਣਾ ਦਿੱਤਾ ਹੈ। ਡੰਡੀ ਚੋਣਾਂ ਦੇ ਦਿਨਾਂ 'ਚ ਇਹਨਾਂ ਬਾਂਡਾਂ ਦੀ ਵਿਕਰੀ ਅਸਮਾਨ ਛੂਹਣ ਲੱਗਦੀ ਹੈ, ਕਿਉਂਕਿ
ਕਰੋੜਾਂ ਦੇ ਬਾਂਡ ਖਰੀਦਣ ਵਾਲਿਆਂ ਨੇ ਨਾ ਬੈਂਕ ਤੋਂ ਲੁਕਾਈ ਰੱਖਦੀ ਹੈ, ਪਰ ਉਹ ਖੁਦ ਜਾ ਕੇ ਨੇਤਾਵਾਂ ਨੂੰ ਆਪਣਾ ਨਾਂ ਦੱਸ ਦਿੰਦੇ ਹਨ। ਡੰਡੀ ਅੱਜ ਕੱਲ੍ਹ ਚੁਣਾਵੀ ਖਰਚ ਵੀ ਬੇਲੋੜਾ ਵੱਧ ਗਿਆ ਹੈ। ਡੰਡੀ ਲੋਕ ਸਭਾ ਲਈ 70 ਲੱਖ ਅਤੇ ਵਿਧਾਨ ਸਭਾ ਲਈ 28 ਲੱਖ ਰੁਪਏ ਦੀ ਛੋਟ ਤਾਂ ਊਠ ਦੇ ਮੂੰਹ 'ਚ ਜੀਰਾ ਹੈ। ਡੰਡੀ ਇਹ ਹੱਦ ਉਮੀਦਵਾਰਾਂ ਲਈ ਹੈ। ਡੰਡੀ ਪਾਰਟੀਆਂ ਦੇ ਖਰਚ ਦੀ ਕੋਈ ਹੱਦ ਨਹੀਂ ਹੈ। ਡੰਡੀ ਇਸ ਲਈ ਉਹਨਾਂ ਦੇ ਭ੍ਰਿਸ਼ਟਾਚਾਰ ਦੀ ਵੀ ਕੋਈ ਹੱਦ ਨਹੀਂ ਹੈ। ਡੰਡੀ ਸਟਾਰ ਜਨਮ ਦਿਨ ਦਾ ਕੇਕ ਕੱਟਣ ਲਈ ਦੋਸਤ ਫੋਨ ਕਰਨ ਲੱਗੇ ਤਾਂ ਮਨ ਨੇ ਆਪਣੇ ਆਪ ਨੂੰ ਘੂਰੀ ਵੱਟੀ, ਕਿਸ ਲਈ ਕੱਟੀਏ ਕੇਕ। ਡੰਡੀ ਮੇਰੇ ਮੁਲਕ ਦਾ ਅੰਨਦਾਤਾ ਤਾਂ ਸੜਕਾਂ ਉੱਤੇ ਰੁਲ ਰਿਹਾ ਹੈ। ਡੰਡੀ ਦਿੱਲੀ ਤੋਂ ਲਾਸ਼ਾਂ ਆ ਰਹੀਆਂ ਨੇ ਤੇ ਅਸੀਂ ਕੇਕ ਕੱਟਦੇ ਫਿਰੀਏ। ਡੰਡੀ ਦੋਸਤਾਂ ਨੂੰ ਇਹ ਸੁਨੇਹਾ ਉਸ ਦਿਨ ਫੋਨ ਉੱਤੇ ਲਿਖ ਕੇ ਸੁਰਖਰੂ ਹੋ ਗਿਆ ਸਾਂ। ਡੰਡੀ ਬੈਠੇ ਬੈਠੇ ਯਾਦ ਆਇਆ ਕਿ ਉਦੋਂ 6-7 ਸਾਲਾਂ ਦਾ ਹੋਵਾਂਗਾ। ਡੰਡੀ ਮਾਂ ਕੜਾਹੀ ਵਿੱਚ ਕੜਾਹ ਬਣਾ ਰਹੀ ਸੀ ਦੇਸੀ ਘਿਓ ਪਾ ਕੇ। ਡੰਡੀ ਕੜਾਹ ਨੂੰ ਕੜਾਹੀ ਦੇ ਥੱਲੇ ਨਾਲ ਲੱਗਣ ਤੋਂ ਬਚਾਉਂਦੀ ਖੁਰਚਣਾ ਫੇਰਦੀ ਤੇ ਚੁੱਲ੍ਹੇ ਵਿੱਚ ਬਲ ਰਹੀ ਵੱਧ ਘੱਟ ਅੱਗ ਦਾ ਧਿਆਨ ਰੱਖ ਰਹੀ ਸੀ ਮਾਂ। ਡੰਡੀ ਜਦ ਸੇਕ ਵੱਧ ਜਾਂਦਾ ਲੱਕੜ ਦਾ ਟੋਟਾ ਬਾਹਰ ਖਿੱਚ ਲੈਂਦੀ, ਸੇਕਾ ਘਟ ਜਾਂਦਾ ਤਾਂ ਲੱਕੜ ਦਾ ਟੋਟਾ ਅਗਾਂਹ ਕਰ ਦਿੰਦੀ। ਡੰਡੀ ਉਸ ਦਿਨ ਉਹਨੇ ਮੈਨੂੰ ਲੱਸੀ ਨਾਲ ਮਲ ਮਲ ਕੇ ਨੁਹਾਇਆ। ਡੰਡੀ ਨਿੱਕੀਆਂ ਨਿੱਕੀਆਂ ਬੂਟੀਆਂ ਤੇ ਫੁੱਲਾਂ ਵਾਲਾ ਸੋਹਣਾ ਝੱਗਾ ਤੇ ਨਿੱਕਰ ਮੇਰੇ ਪਾਈ। ਡੰਡੀ ਢਿੱਲੀ ਤੜਾਗੀ ਵੀ ਕੱਸ ਦਿੱਤੀ ਤੇ ਪੈਰੀਂ ਨਿੱਕੇ ਨਿੱਕੇ ਸੈਂਡਲ ਪਾ ਦਿੱਤੇ। ਡੰਡੀ ਸਿਰ ਦੇ ਵਾਲ ਸਰੋਂ ਦੇ ਤੇਲ ਨਾਲ ਚੋਪੜ ਦਿੱਤੇ ਤੇ ਵਧੇ ਹੋਏ ਵਾਲਾਂ ਦੀ ਛੋਟੀ ਜਿਹੀ ਜੂੜੀ ਕਰਦਿਆਂ ਰਬੜਾਂ ਚਾੜ੍ਹ ਦਿੱਤੀਆਂ। ਡੰਡੀ ਚੁੱਲ੍ਹੇ ਕੋਲ ਪਏ ਕਾਲੇ ਤਵੇ ਦੇ ਪਿੱਛਿਓਂ ਕਾਲਖ ਦੀ ਉਂਗਲ ਲਬੇੜੀ ਤੇ ਮੇਰੇ ਮੱਥੇ ਉੱਤੇ ਕਾਲਾ ਟਿੱਕਾ ਲਾ ਦਿੱਤਾ। ਮੇਰੇ ਸੋਹਣੇ ਪੁੱਤ ਨੂੰ ਨਜ਼ਰ ਨਾ ਲੱਗੇ। ਡੰਡੀ ਮਾਂ ਬੋਲੀ ਆਪਣੀ ਮੈਲੀ ਚੁੰਨੀ ਨਾਲ ਕਾਲਖ ਵਾਲੀ ਉਂਗਲ ਪੂੰਝ। ਉਹਨੇ ਮੇਰੀ ਗੱਲ ਚੁੰਮੀ ਤੇ ਪੋਲੀ ਜਿਹੀ ਥਪੇੜੀ ਮਾਰਦਿਆਂ ਕਲੇਜੇ ਨਾਲ ਘੁੱਟ ਲਿਆ। ਨੀ ਅੱਜ ਮੇਰੇ ਸੋਹਣੇ ਪੁੱਤ ਦਾ ਜਨਮ ਦਿਨ ਆ, ਅੱਜ ਦੇ ਦਿਨ ਜੰਮਿਆ ਸੀ ਮੇਰਾ ਲਾਲ ਤੇ ਮੈਂ ਜਿਉਂਦਿਆਂ 'ਚ ਗਿਣੀ ਗਈ ਸਾਂ। ਜੁਗ ਜੁਗ ਜੀਵੇ ਜਵਾਨੀਆਂ ਮਾਣੇ ਮੇਰੇ ਪੈਰ ਲਾਉਣ ਵਾਲਾ ਪੁੱਤ ਡੰਡੀ। ਮੇਰਾ ਛੋਟਾ ਭਰਾ ਤੇ ਭੈਣ ਮੈਥੋਂ ਕਾਫੀ ਛੋਟੇ ਸਨ ਉਦੋਂ। ਡੰਡੀ ਸਾਰੇ ਟੱਬਰ ਨੂੰ ਕੌਲੀਆਂ ਵਿੱਚ ਪਾ ਕੇ ਕੜਾਹ ਵੰਡਿਆ ਗਿਆ ਤੇ ਬਚਦਾ ਕੜਾਹ ਵੱਡੇ ਬਾਟੇ ਵਿੱਚ ਪਾ ਕੇ ਮਾਂ ਨਾਲ ਲੱਗਦੇ ਮਾਸੀ ਦੇ ਘਰ ਦੇਣ ਤੁਰ ਪਈ। ਡੰਡੀ ਥਾਏ ਨੇ ਮੈਨੂੰ 5 ਰੁਪਈਏ ਸ਼ਗਨ ਦਿੱਤਾ ਸੀ ਤੇ 2 ਰੁਪਈਏ ਮੇਰੀ ਦਾਦੀ ਨੇ ਤੇ ਬਸ ਉਹ ਦਿਨ ਲੰਘ ਗਿਆ ਇੱਕ ਸੁਪਨੇ ਵਾਂਗਰ। ਡੰਡੀ ਹੁਣ ਸਮੇਂ ਨੇ ਆਪਣੇ ਵੰਨ ਸੁਵੰਨੇ ਰੰਗ ਵਿਖਾਏ ਹਨ। ਡੰਡੀ
ਫੇਸਬੁੱਕਾਂ ਰੋਜ਼ ਆਪਣੇ ਆਪ ਹੀ ਦੱਸਣ ਲੱਗ ਪਈਆਂ ਨੇ ਜਨਮ ਦਿਨਾਂ ਬਾਰੇ ਤੇ ਮੈਰਿਜ ਜੁਬਲੀਆਂ ਬਾਰੇ। ਡੈਂਡੀ ਦੋਸਤ ਮਿੱਤਰ ਤੇ ਸ਼ੁਭ ਚਿੰਤਕ ਹਰ ਵਾਰ ਮੋਹ ਭਰੀ ਜ਼ਿੱਦ ਕਰਦੇ ਨੇ ਕੇਕ ਕੱਟਣ ਦੀ ਫੋਟੋਆਂ ਖਿੱਚ ਕੇ ਸਾਂਝੀਆਂ ਕਰਨ ਦੀ, ਪਰ ਪਤਾ ਨਹੀਂ ਮੈਂ ਕੇਕ ਕਟਵਾਉਣ ਤੋਂ ਕਿਉਂ ਭੱਜਦਾ ਹਾਂ। ਡੈਂਡੀ ਹੁਣੇ ਜਿਹੇ 15 ਮਾਰਚ ਲੰਘੀ ਹੈ, ਵਧਾਈਆਂ ਦੇ ਢੇਰ ਮਿਲੇ ਹਨ, ਪਰ ਕੇਕ ਕੱਟਣ ਵਾਲੇ ਮਿੱਤਰਾਂ ਨੂੰ ਪਹਿਲਾਂ ਹੀ ਸੁਨੇਹੇ ਲਿਖ ਦਿੱਤੇ ਸਨ ਕਿ ਕੇਕ ਉਦਣ ਕੱਟਾਂਗੇ ਜਿੱਦਣ ਸਾਡੇ ਕਿਸਾਨ ਜਿੱਤ ਕੇ ਦਿੱਲੀ ਤੋਂ ਪਿੰਡਾਂ ਨੂੰ ਮੁੜਨਗੇ। ਡੈਂਡੀ ਸਾਡੇ ਹੱਕ ਸਾਨੂੰ ਮਿਲਣਗੇ ਤੇ ਖੇਤੀ ਦੇ ਕਾਲੇ ਕਾਨੂੰਨਾਂ ਉੱਤੇ ਲੀਕ ਫਿਰੇਗੀ, ਉਸ ਦਿਨ ਕੱਟਾਂਗੇ ਆਪਾਂ ਕੇਕ ਬੇਲੀਓ ਤੇ ਇਸ ਵਾਰ ਲੱਗੇਗੀ ਬ੍ਰੇਕ ਬੇਲੀਓ। ਡੈਂਡੀ ਅੱਜ ਇੰਨਾ ਹੀ ਕਾਫੀ ਹੈ, ਬਾਕੀ ਦੇਣਾ ਮਾਫੀ। ਡੈਂਡੀ ਸਟਾਰਟ। ਕੁਦਰਤ ਅਤੇ ਪਰਮਾਤਮਾ ਦੀ ਅਥਾਹ ਕਿਰਪਾ ਵਾਲੇ ਉੱਤਰ ਪ੍ਰਦੇਸ਼ ਨੂੰ 24 ਕਰੋੜ ਲੋਕਾਂ ਦੀਆਂ ਇੱਛਾਵਾਂ ਅਨੁਸਾਰ ਸੁਰੱਖਿਅਤ, ਖੁਸ਼ਹਾਲ ਅਤੇ ਤਰੱਕੀ ਵਾਲੇ ਸੂਬੇ ਦੇ ਰੂਪ 'ਚ ਵਿਸ਼ਵ ਪੱਧਰ 'ਤੇ ਪੇਸ਼ ਕਰਨ ਦਾ ਸਾਡਾ ਵਿਜ਼ਨ ਅੱਜ 4 ਸਾਲ ਪੂਰਾ ਕਰ ਰਿਹਾ ਹੈ। ਡੈਂਡੀ ਪ੍ਰਣ ਅੰਤੋਦਿਆ ਪਥ ਅੰਤੋਦਿਆ ਦੇ ਸੰਕਲਪ ਨੂੰ ਧਾਰਨ ਕਰਕੇ ਉੱਤਰ ਪ੍ਰਦੇਸ਼ ਦੀ ਸੇਵਾ ਕਰਦੇ ਹੋਏ ਇਹ 4 ਸਾਲ ਕਿਵੇਂ ਲੰਘੇ ਇਸ ਦਾ ਪਲ ਭਰ ਵੀ ਅਹਿਸਾਸ ਨਹੀਂ ਹੋਇਆ ਅਤੇ ਹੁਣ ਇਹ ਵਿਸ਼ਵਾਸ ਹੋਰ ਦ੍ਰਿੜ੍ਹ ਹੋ ਚੱਲਿਆ ਹੈ ਕਿ ਸਾਫ਼ ਨੀਅਤ ਅਤੇ ਨੇਕ ਇਰਾਦੇ ਨਾਲ ਕੀਤੇ ਗਏ ਸੱਚੇ ਯਤਨ ਸਫਲ ਜ਼ਰੂਰ ਹੁੰਦੇ ਹਨ। ਡੈਂਡੀ ਕੋਵਿਡ-19 ਦੀ ਭਿਆਨਕਤਾ ਨਾਲ ਸੰਘਰਸ਼ ਦਾ 1 ਸਾਲ ਬੀਤ ਚੁੱਕਾ ਹੈ। ਡੈਂਡੀ ਮੈਨੂੰ ਯਾਦ ਆਉਂਦਾ ਹੈ ਜਨਤਾ ਕਰਫਿਊ ਦਾ ਉਹ ਦਿਨ ਜਦੋਂ ਕਰੋਨਾ ਦੇ ਡੂੰਘੇ ਹੁੰਦੇ ਜਾ ਰਹੇ ਸੰਕਟ ਦਰਮਿਆਨ ਮਾਣਯੋਗ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਜੀ ਨੇ ਫੋਨ 'ਤੇ ਗੱਲਬਾਤ ਕਰਕੇ ਮੇਰੇ ਕੋਲੋਂ ਸੂਬੇ ਦੀ ਤਿਆਰੀ ਦੇ ਸੰਬੰਧ 'ਚ ਜਾਣਕਾਰੀ ਲਈ ਸੀ। ਡੈਂਡੀ ਉਹਨਾਂ ਨੂੰ ਚਿੰਤਾ ਸੀ ਕਿ ਕਮਜ਼ੋਰ ਹੈਲਥ ਇਨਫਰਾਸਟਰਕਚਰ, ਲੋਕਾਂ ਦੀ ਸੰਘਣੀ ਘਣਤਾ, ਭੂ ਖੇਤਰੀ ਵੰਨ-ਸੁਵੰਨਤਾ ਅਤੇ ਵੱਡੇ ਖੇਤਰੀ ਵਿਸਤਾਰ ਵਾਲਾ ਉੱਤਰ ਪ੍ਰਦੇਸ਼ ਇਸ ਮਹਾਂਮਾਰੀ ਦਾ ਸਾਹਮਣਾ ਕਿਵੇਂ ਕਰੇਗਾ। ਡੈਂਡੀ ਮੈਂ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਉੱਤਰ ਪ੍ਰਦੇਸ਼ ਇਸ ਆਫਤ 'ਚ ਆਪਣੀ ਸਰਵ ਉੱਤਮ ਕਾਰਗੁਜ਼ਾਰੀ ਕਰੇਗਾ ਅਤੇ ਅਖੀਰ ਹੋਇਆ ਵੀ ਇਹੀ। ਡੈਂਡੀ ਅਸੀਂ ਸਤਿਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਟੈਸਟਿੰਗ ਐਂਡ ਟਰੈਸਟਿੰਗ ਦੇ ਮੰਤਰ ਨੂੰ ਧਾਰਨ ਕੀਤਾ ਅਤੇ ਇਸ ਨੂੰ ਵਿਵਹਾਰਕ ਧਰਾਤਲ 'ਤੇ ਉਤਾਰਨ ਦੀ ਚੁਣੌਤੀ ਨੂੰ ਪ੍ਰਵਾਨ ਕੀਤਾ, ਜਿਸ ਦਾ ਨਤੀਜਾ ਇਹ ਹੈ ਕਿ ਸਰਕਾਰ ਨੇ ਲੋਕਾਂ ਦੀ ਜ਼ਿੰਦਗੀ ਅਤੇ ਰੋਜ਼ੀ ਰੋਟੀ ਦੋਵਾਂ ਨੂੰ ਸੁਰੱਖਿਅਤ ਕਰਨ 'ਚ ਸਫਲਤਾ ਹਾਸਲ ਕੀਤੀ। ਡੈਂਡੀ ਮੈਨੂੰ ਅੱਜ ਇਹ ਕਹਿੰਦੇ ਹੋਏ ਆਤਮਕ ਤਸੱਲੀ ਮਹਿਸੂਸ ਹੋ ਰਹੀ ਹੈ ਕਿ ਸਮਾਜ ਦੇ ਹਰ ਤਬਕੇ ਨੇ ਇਕਜੁੱਟ ਹੋ ਕੇ ਇਸ ਮਹਾਂਮਾਰੀ ਨਾਲ ਲੜਾਈ ਲੜੀ। ਡੈਂਡੀ ਉੱਤਰ ਪ੍ਰਦੇਸ਼ ਦੇ ਕੋਵਿਡ ਮੈਨੇਜਮੈਂਟ ਦੀ ਵਿਸ਼ਵ ਪੱਧਰ 'ਤੇ ਸ਼ਲਾਘਾ ਹੋਈ। ਡੈਂਡੀ ਬਿਨਾਂ ਸ਼ੱਕ ਇਸ ਆਫਤ ਕਾਲ 'ਚ ਰਾਸ਼ਟਰੀ ਝਰੋਖੇ 'ਤੇ ਇੱਕ ਨਵਾਂ ਉੱਤਰ ਪ੍ਰਦੇਸ਼ ਉੱਭਰ ਕੇ ਆਇਆ ਹੈ। ਡੈਂਡੀ
ਪ੍ਰਧਾਨ ਮੰਤਰੀ ਜੀ 5 ਟ੍ਰਿਲੀਅਨ USA ਡਾਲਰ ਵਾਲੀ ਅਰਥ ਵਿਵਸਥਾ ਬਣਾਉਣ ਦਾ ਮਹਾਨ ਟੀਚਾ ਲੈ ਕੇ ਚੱਲ ਰਹੇ ਹਨ। ਡੈਂਡੀ ਉਹਨਾਂ ਨੇ ਸਾਨੂੰ ਆਤਮ ਨਿਰਭਰਤਾ ਦਾ ਮੰਤਰ ਦਿੱਤਾ ਹੈ। ਡੈਂਡੀ ਉੱਤਰ ਪ੍ਰਦੇਸ਼ ਇਸ ਟੀਚੇ ਨੂੰ ਮੁੱਖ ਰੱਖ ਕੇ ਉਸ ਨੂੰ ਸਾਕਾਰ ਕਰਨ 'ਚ ਮੋਹਰੀ ਭੂਮਿਕਾ ਨਿਭਾਉਣ ਨੂੰ ਆਪਣੀ ਪ੍ਰਤੀਬੱਧਤਾ ਪ੍ਰਗਟ ਕਰਦਾ ਹੈ। ਡੈਂਡੀ ਸਟਾਰਟ। ਉੱਤਰ ਪ੍ਰਦੇਸ਼ ਦੇ ਵੱਖ-ਵੱਖ ਖੇਤਰਾਂ 'ਚ ਨੌਜਵਾਨਾਂ ਅਤੇ ਔਰਤਾਂ ਵੱਲੋਂ ਕੀਤੇ ਜਾ ਰਹੇ ਅਜਿਹੇ ਕਈ ਨਵੀਨਤਾ ਭਰੇ ਯਤਨ ਆਤਮ ਨਿਰਭਰ ਉੱਤਰ ਪ੍ਰਦੇਸ਼ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਨੀਂਹ ਬਣ ਰਹੇ ਹਨ। ਡੈਂਡੀ ਆਤਮ ਨਿਰਭਰਤਾ ਦੇ ਮਾਰਗ 'ਤੇ ਤੇਜ਼ੀ ਨਾਲ ਅੱਗੇ ਵੱਧਦਾ ਹੋਇਆ ਇਹ ਉਹੀ ਉੱਤਰ ਪ੍ਰਦੇਸ਼ ਹੈ ਜਿੱਥੇ ਸਿਰਫ 4 ਸਾਲ 'ਚ 40 ਲੱਖ ਪਰਿਵਾਰਾਂ ਨੂੰ ਰਿਹਾਇਸ਼ ਮਿਲੀ, 1 ਕਰੋੜ 38 ਲੱਖ ਪਰਿਵਾਰਾਂ ਨੂੰ ਬਿਜਲੀ ਕੁਨੈਕਸ਼ਨ ਮਿਲਿਆ, ਹਰ ਪਿੰਡ ਦੀ ਕਨੈਕਟੀਵਿਟੀ ਨੂੰ ਬਿਹਤਰ ਬਣਾਇਆ ਗਿਆ ਅਤੇ ਪਿੰਡ-ਪਿੰਡ ਤੱਕ ਆਪਟੀਕਲ ਫਾਈਬਰ ਕੇਬਲ ਵਿਛਾਉਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਡੈਂਡੀ ਅਸੀਂ ਵਿਸ਼ਵ ਪੱਧਰ 'ਤੇ ਕਨੈਕਟੀਵਿਟੀ ਸਥਾਪਿਤ ਕਰਕੇ ਵਿਕਾਸ ਨੂੰ ਰਫ਼ਤਾਰ ਦੇ ਕੇ ਆਤਮ ਨਿਰਭਰ ਸੂਬਾ ਬਣਾਉਣ ਦੀ ਦਿਸ਼ਾ 'ਚ ਅੱਗੇ ਵਧ ਰਹੇ ਹਾਂ। ਡੈਂਡੀ ਭ੍ਰਿਸ਼ਟਾਚਾਰ 'ਤੇ ਜ਼ੀਰੋ ਟਾਲਰੈਂਸ, ਪਾਰਦਰਸ਼ੀ ਅਤੇ ਸਪਸ਼ਟ ਕਾਰਜ ਸੱਭਿਆਚਾਰ, ਮਜ਼ਬੂਤ ਕਾਨੂੰਨ ਵਿਵਸਥਾ ਨਾਲ ਕਾਰੋਬਾਰ ਤੇ ਵਿਕਾਸ ਲਈ ਢੁਕਵਾਂ ਮਾਹੌਲ ਤਿਆਰ ਹੋਇਆ ਹੈ। ਡੈਂਡੀ ਇਸ ਬਦਲਦੇ ਵਾਤਾਵਰਨ ਦਾ ਨਤੀਜਾ ਹੈ ਕਿ ਅੱਜ ਨਿਵੇਸ਼ਕਾਂ ਦੀ ਪਹਿਲੀ ਪਸੰਦ ਉੱਤਰ ਪ੍ਰਦੇਸ਼ ਹੈ। ਡੈਂਡੀ 4 ਸਾਲ ਦੇ ਅੰਦਰ ਈਜ਼ ਆਫ ਡੂਇੰਗ ਬਿਜ਼ਨਸ ਦੀ ਰਾਸ਼ਟਰੀ ਰੈਂਕਿੰਗ 'ਚ 12 ਸਥਾਨ ਉੱਪਰ ਉੱਠ ਕੇ ਨੰਬਰ 2 'ਤੇ ਆਉਣਾ ਕੋਈ ਸੌਖਾ ਕੰਮ ਨਹੀਂ ਸੀ, ਪਰ ਅਸੀਂ ਇਹ ਕਰ ਦਿਖਾਇਆ। ਡੈਂਡੀ ਇਹ ਉਹੀ ਸੂਬਾ ਹੈ ਜਿੱਥੇ ਸਾਲ 2015-16 'ਚ ਪ੍ਰਤੀ ਵਿਅਕਤੀ ਆਮਦਨ ਸਿਰਫ 47,116 ਰੁਪਏ ਸੀ, ਜਦ ਕਿ ਅੱਜ 94,495 ਰੁਪਏ ਹੈ। ਡੈਂਡੀ GSDP ਦੇ ਆਧਾਰ 'ਤੇ ਇਹ ਦੇਸ਼ ਦੀ ਦੂਸਰੇ ਨੰਬਰ ਦੀ ਅਰਥ ਵਿਵਸਥਾ ਬਣ ਕੇ ਉੱਭਰਿਆ ਹੈ। ਡੈਂਡੀ 4 ਸਾਲ ਪਹਿਲਾਂ ਅੰਨਦਾਤਾ ਕਿਸਾਨ ਦੇ ਕਰਜ਼ ਦੀ ਮੁਆਫ਼ੀ ਨਾਲ ਮੌਜੂਦਾ ਸਰਕਾਰ ਦੀ ਲੋਕ ਭਲਾਈ ਦੀ ਯਾਤਰਾ ਸ਼ੁਰੂ ਹੋਈ ਸੀ। ਡੈਂਡੀ ਸੂਬਾ ਸਰਕਾਰ ਨੇ ਆਪਣੀ ਪਹਿਲੀ ਕੈਬਨਿਟ 'ਚ ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਕਰਜ਼ ਮੁਆਫ਼ੀ ਦਾ ਫੈਸਲਾ ਲਿਆ। ਡੈਂਡੀ ਅੱਜ ਸੂਬੇ 'ਚ ਕਿਸਾਨ ਉੱਨਤ ਤਕਨੀਕ ਨਾਲ ਜੁੜ ਕੇ ਖੇਤੀਬਾੜੀ ਵੰਨ-ਸੁਵੰਨਤਾ ਵੱਲ ਵਧ ਰਹੇ ਹਨ। ਡੈਂਡੀ ਉਹਨਾਂ ਦੀ ਲਾਗਤ ਨੂੰ ਘਟਾਉਣ ਅਤੇ ਆਮਦਨ ਨੂੰ ਦੁੱਗਣੀ ਕਰਨ ਦੀ ਦਿਸ਼ਾ 'ਚ ਅਸੀਂ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ। ਡੈਂਡੀ ਸੂਬਾ ਸਰਕਾਰ ਨੇ ਦਹਾਕਿਆਂ ਤੋਂ ਪੈਂਡਿੰਗ ਸਿੰਚਾਈ ਪ੍ਰੋਜੈਕਟਾਂ ਨੂੰ ਪੂਰਾ ਕਰਨ ਦਾ ਕਾਰਜ ਕੀਤਾ ਹੈ। ਡੈਂਡੀ ਕਿਸਾਨਾਂ ਪ੍ਰਤੀ ਇਹ ਸਾਡੀ ਪਹਿਲ ਅਤੇ ਪ੍ਰਤੀਬੱਧਤਾ ਹੈ ਕਿ ਸੂਬੇ 'ਚ ਹੁਣ ਤੱਕ 1 ਕਰੋੜ 27 ਲੱਖ ਲੋਕਾਂ ਦਾ ਰਿਕਾਰਡ ਗੰਨੇ ਦੇ ਮੁੱਲ ਦਾ ਭੁਗਤਾਨ ਕਿਸਾਨਾਂ ਨੂੰ ਕੀਤਾ ਜਾ ਚੁੱਕਾ ਹੈ। ਡੈਂਡੀ ਕਿਸਾਨਾਂ ਦੀ ਆਸ ਅਤੇ ਖੁਸ਼ਹਾਲੀ ਸਾਡੀਆਂ ਸਰਵਉੱਚ ਪਹਿਲਕਦਮੀਆਂ 'ਚ ਸ਼ਾਮਲ ਹੈ ਅਤੇ ਇਸ 'ਤੇ ਪੂਰੀ ਤਰ੍ਹਾਂ ਖਰੇ ਉਤਰਨ ਲਈ ਸਮੁੱਚੇ ਤੌਰ 'ਤੇ ਯਤਨਸ਼ੀਲ ਹਾਂ। ਡੈਂਡੀ ਸਟਾਰ।
ਆਸਥਾ ਅਤੇ ਅਰਥ ਵਿਵਸਥਾ ਦੋਵਾਂ ਪ੍ਰਤੀ ਸਾਡਾ ਸਮਦਰਸ਼ੀ ਭਾਵ ਹੈ। ਡੈਂਡੀ ਸਾਡੀਆਂ ਨੀਤੀਆਂ 'ਚ ਦੋਵੇਂ ਭਾਵ ਬਰਾਬਰ ਰਫਤਾਰ 'ਤੇ ਹਨ। ਡੈਂਡੀ ਬੀਤੇ 4 ਸਾਲਾਂ 'ਚ ਉੱਤਰ ਪ੍ਰਦੇਸ਼ 'ਚ ਸੱਭਿਆਚਾਰਕ ਰਾਸ਼ਟਰਵਾਦ ਦੀ ਜੋ ਜੋਤੀ ਜਗੀ ਹੋਈ ਹੈ ਉਸ ਨੇ ਹਰ ਸਨਾਤਨ ਸ਼ਰਧਾਵਾਨ ਵਿਅਕਤੀ ਦੇ ਦਿਲ ਨੂੰ ਰੁਸ਼ਨਾਇਆ ਹੈ। ਡੈਂਡੀ ਗੰਗਾ ਯਾਤਰਾ ਰਾਹੀਂ ਆਸਥਾ ਅਤੇ ਆਰਥਿਕਤਾ ਦੋਵਾਂ ਦੇ ਮਕਸਦ ਪੂਰੇ ਹੋਏ ਹਨ। ਡੈਂਡੀ ਸ਼੍ਰੀ ਰਾਮ ਜਨਮ ਭੂਮੀ 'ਤੇ ਸਮੁੱਚੀ ਆਸਥਾ ਦੇ ਕੇਂਦਰ ਪ੍ਰਭੂ ਸ਼੍ਰੀ ਰਾਮ ਦੇ ਸ਼ਾਨਦਾਰ ਤੇ ਵਿਸ਼ਾਲ ਮੰਦਰ ਦੀ ਉਸਾਰੀ ਦੇ ਨੀਂਹ ਪੱਥਰ ਦੀ ਸਦੀਆਂ ਪੁਰਾਣੀ ਬੜੇ ਚਿਰ ਤੋਂ ਉਡੀਕੀ ਜਾ ਰਹੀ ਸਾਧਨਾ ਸੰਨ 2020 'ਚ ਪੂਰੀ ਹੋਈ। ਡੈਂਡੀ ਮੌਜੂਦਾ ਸੂਬਾ ਸਰਕਾਰ ਅਯੁੱਧਿਆ ਨੂੰ ਵੈਦਿਕ ਅਤੇ ਅਤਿ ਆਧੁਨਿਕ ਸੱਭਿਆਚਾਰ ਦੇ ਪਵਿੱਤਰ ਨਗਰ ਨਾਲ ਸਨਮਾਨਿਤ ਕਰਨ ਲਈ ਲੋੜੀਂਦੇ ਯਤਨ ਕਰ ਰਹੀ ਹੈ। ਡੈਂਡੀ ਪ੍ਰਭੂ ਸ਼੍ਰੀ ਰਾਮ ਜੀ ਦੀ ਕਿਰਪਾ ਨਾਲ ਸਾਡਾ ਇਹ ਯਤਨ ਵੀ ਜ਼ਰੂਰ ਸਫਲ ਹੋਵੇਗਾ। ਡੈਂਡੀ ਪ੍ਰਧਾਨ ਮੰਤਰੀ ਜੀ ਨੇ ਸਾਨੂੰ सबका साथ सबका विकास सबका विश्वास ਦਾ ਰਸਤਾ ਮੁਹੱਈਆ ਕੀਤਾ ਹੈ। ਡੈਂਡੀ ਅੱਜ ਜਦੋਂ ਕਿ ਮੌਜੂਦਾ ਸੂਬਾ ਸਰਕਾਰ 4 ਸਾਲ ਪੂਰੇ ਕਰ ਰਹੀ ਹੈ ਤਾਂ ਮੈਨੂੰ ਨਿੱਜੀ ਪ੍ਰਸੰਨਤਾ ਹੈ ਕਿ ਅਸੀਂ ਇਸ ਸੰਬੰਧੀ ਆਪਣੀਆਂ ਨੀਤੀਆਂ ਨੂੰ ਲਾਗੂ ਕਰਨ 'ਚ ਸਫਲ ਰਹੇ ਹਾਂ। ਡੈਂਡੀ ਸਾਡੇ ਸਿਆਸੀ ਵਿਰੋਧੀ ਵੀ ਇਸ ਗੱਲ ਨੂੰ ਮੰਨਦੇ ਹਨ ਕਿ ਬੀਤੇ 4 ਸਾਲਾਂ 'ਚ ਇੱਕ ਵੀ ਅਜਿਹੀ ਯੋਜਨਾ ਸ਼ੁਰੂ ਨਹੀਂ ਹੋਈ ਜੋ ਕਿਸੇ ਜਾਤੀ ਧਰਮ ਪੰਥ ਮਜ਼ਹਬ ਦੇ ਆਧਾਰ 'ਤੇ ਨਖੇੜਦੀ ਹੋਵੇ। ਡੈਂਡੀ ਕੁਝ ਸਮਾਂ ਪਹਿਲਾਂ ਜਦੋਂ ਅਸੀਂ ਉੱਤਰ ਪ੍ਰਦੇਸ਼ ਨੂੰ ਸੰਭਾਵਨਾਵਾਂ ਵਾਲਾ ਸੂਬਾ ਕਹਿੰਦੇ ਸੀ ਤਾਂ ਕੁਝ ਲੋਕ ਕਹਿੰਦੇ ਸਨ ਕਿ ਇੱਥੇ ਕੁਝ ਨਹੀਂ ਹੋ ਸਕਦਾ, ਪਰ ਲੋਕ ਭਲਾਈ ਦੇ ਸੰਕਲਪ ਦੀ ਸ਼ਕਤੀ ਦੇ ਬਲਬੂਤੇ ਅੱਜ ਉੱਤਰ ਪ੍ਰਦੇਸ਼ ਦੇ ਸੁਪਨੇ ਸਾਕਾਰ ਹੋ ਰਹੇ ਹਨ। ਡੈਂਡੀ ਪਿਛਲੇ 4 ਸਾਲਾਂ 'ਚ ਨਵੇਂ ਭਾਰਤ ਦੇ ਨਵੇਂ ਉੱਤਰ ਪ੍ਰਦੇਸ਼ ਦੀ ਸਿਰਜਣਾ ਹੋਈ ਹੈ। ਡੈਂਡੀ 4 ਸਾਲ ਪਹਿਲਾਂ ਸੂਬੇ ਨੂੰ ਦੇਸ਼ ਅਤੇ ਦੁਨੀਆ 'ਚ ਬਿਮਾਰ ਕਿਹਾ ਜਾਂਦਾ ਸੀ, ਜਿੱਥੇ ਨੌਜਵਾਨ ਹਿਜਰਤ ਲਈ ਮਜਬੂਰ ਸਨ। ਅੱਜ ਉਸ ਦੀ ਤਰੱਕੀ ਅਤੇ ਉਸ ਦੀਆਂ ਨੀਤੀਆਂ ਹੋਰਨਾਂ ਸੂਬਿਆਂ ਲਈ ਉਦਾਹਰਣ ਬਣ ਰਹੀਆਂ ਹਨ। ਡੈਂਡੀ ਸੂਬਾ ਉਹੀ ਹੈ, ਸਰੋਤ ਉਹੀ ਹਨ, ਕੰਮ ਕਰਨ ਵਾਲੇ ਉਹੀ ਹਨ, ਬਦਲਿਆ ਹੈ ਤਾਂ ਸਿਰਫ ਕੰਮ ਦਾ ਸੱਭਿਆਚਾਰ। ਡੈਂਡੀ ਇਹ ਪ੍ਰਤੀਬੱਧਤਾਪੂਰਨ ਸਮਰਪਿਤ ਭਾਵਨਾਵਾਂ ਵਾਲਾ ਪਾਰਦਰਸ਼ੀ ਕਾਰਜ ਸੱਭਿਆਚਾਰ ਇਸ ਨਵੇਂ ਉੱਤਰ ਪ੍ਰਦੇਸ਼ ਦੀ ਪਛਾਣ ਹੈ। ਡੈਂਡੀ ਚੁਣੌਤੀਆਂ ਕਿੰਨੀਆਂ ਵੱਡੀਆਂ ਕਿਉਂ ਨਾ ਹੋਣ, ਰਾਹ ਕਿੰਨਾ ਵੀ ਭੈੜਾ ਕਿਉਂ ਨਾ ਹੋਵੇ, ਲੋਕ ਭਲਾਈ ਦੇ ਸੰਕਲਪ ਮਾਰਗ ਤੇ ਸਿੱਧੀ ਵੱਲ ਇਹ ਯਾਤਰਾ ਇਸੇ ਤਰ੍ਹਾਂ ਚੱਲਦੀ ਰਹੇਗੀ। ਡੈਂਡੀ ਸਟਾਰਟ ਦਿੱਲੀ ਸ਼ਹਿਰ ਨਿਊਯਾਰਕ ਤੇ ਬੀਜਿੰਗ ਨਾਲੋਂ ਛੋਟਾ ਹੈ। ਡੈਂਡੀ ਉਹਨਾਂ ਸ਼ਹਿਰਾਂ ਦੇ ਮੇਅਰ ਕੁਝ ਮੈਂਬਰਾਂ ਦੇ ਨਾਲ ਉਹਨਾਂ ਨੂੰ ਸੰਭਾਲਦੇ ਹਨ। ਡੈਂਡੀ 70 ਦੇ ਦਹਾਕੇ ਤੱਕ ਦਿੱਲੀ ਦਾ ਮੇਅਰ ਪਹਿਲੇ ਨਾਗਰਿਕ ਦੀ ਤਰ੍ਹਾਂ ਮਹੱਤਵਪੂਰਨ ਅਤੇ ਸਨਮਾਨ ਪਾਉਂਦਾ ਸੀ। ਡੈਂਡੀ ਵਿਦੇਸ਼ੀ ਮਹਿਮਾਨ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਅਗਵਾਈ ਦੀ ਜ਼ਿੰਮੇਵਾਰੀ ਵੀ ਸੰਭਾਲਦਾ ਸੀ। ਡੈਂਡੀ ਪਿਛਲੇ 2 ਦਹਾਕਿਆਂ ਵਿੱਚ
4 ਮੇਅਰ, 1 ਉਪ ਰਾਜਪਾਲ, 1 ਮੁੱਖ ਮੰਤਰੀ, 1 ਨਵੀਂ ਦਿੱਲੀ ਨਗਰ ਪਾਲਿਕਾ ਪ੍ਰਸ਼ਾਸਕ, ਦਿੱਲੀ ਵਿਕਾਸ ਅਥਾਰਟੀ ਦਾ ਉਪ ਪ੍ਰਧਾਨ, 7 ਸੰਸਦ ਮੈਂਬਰ, ਫਿਰ ਵਿਧਾਇਕ, ਕੌਂਸਲਰ। ਗਿਣਨਾ ਪਛਾਣਨਾ ਮੁਸ਼ਕਲ, ਦਿੱਲੀ ਨੂੰ ਦਰੁਸਤ ਰੱਖਣ 'ਚ ਲੱਗੇ ਸਮਝੇ ਜਾਂਦੇ ਹਨ। ਡੈਂਡੀ ਜਿਸ ਦੇ ਦਰਬਾਰ 'ਚ ਜਾਣਗੇ ਉਹ ਕਿਸੇ ਹੋਰ ਦੀ ਜ਼ਿੰਮੇਵਾਰੀ ਦੱਸ ਕੇ ਬਾਹਰ ਦਾ ਰਸਤਾ ਦੱਸ ਦੇਵੇਗਾ। ਡੈਂਡੀ ਆਲਮ ਇਹ ਹੈ ਕਿ ਕੁਝ ਇਲਾਕਿਆਂ 'ਚ ਸੜਕ 'ਤੇ ਇਸ ਪਾਰ ਤੋਂ ਉਸ ਪਾਰ ਲਈ ਵੱਖ-ਵੱਖ ਜ਼ਿੰਮੇਵਾਰ ਨੇਤਾ, ਅਫਸਰ, ਕਰਿੰਦੇ ਆਦਿ। ਡੈਂਡੀ ਇਲਾਕੇ 'ਚ ਜੇਕਰ ਪਾਰਕ 2 ਹਨ ਤਾਂ ਉਹਨਾਂ 'ਤੇ ਨਗਰ ਨਿਗਮ ਜਾਂ ਅਥਾਰਟੀ ਦੇ ਵੱਖ-ਵੱਖ ਹੱਕ ਹਨ। ਡੈਂਡੀ ਖੁਸ਼ਕਿਸਮਤੀ ਨਾਲ ਮੈਨੂੰ ਦੁਨੀਆ ਦੇ ਪ੍ਰਮੁੱਖ ਦੇਸ਼ਾਂ ਦੀਆਂ ਵਿਸ਼ਾਲ ਰਾਜਧਾਨੀਆਂ ਵਿੱਚ ਜਾਣ ਦੇਖਣ ਦੇ ਮੌਕੇ ਮਿਲੇ ਹਨ, ਪਰ ਇੰਨੀ ਭਿਆਨਕ ਵਿਵਸਥਾ ਕਿਤੇ ਨਹੀਂ ਦੇਖੀ ਅਤੇ ਇਸ ਤੋਂ ਵੱਧ ਸਮੱਸਿਆਵਾਂ ਵੀ ਦੁਨੀਆ 'ਚ ਕਿਤੇ ਨਹੀਂ। ਡੈਂਡੀ ਫਿਰ ਵੀ ਮੈਨੂੰ ਜਿਵੇਂ ਲੱਖਾਂ ਲੋਕਾਂ ਨੂੰ ਦਿੱਲੀ ਨਾਲ ਪਿਆਰ ਹੈ, ਮਾਣ ਹੈ। ਡੈਂਡੀ ਹੁਣ ਇਸ ਹਫ਼ਤੇ ਦਿੱਲੀ ਦੇ ਸਭ ਤੋਂ ਵੱਡੇ ਮਾਲਕ ਆਮ ਅਤੇ ਖਾਸ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਵਾਂ ਨਾਅਰਾ ਉਛਾਲਿਆ, ਡੈਂਡੀ ਦੇਸ਼ ਭਗਤ ਬਜਟ। ਡੈਂਡੀ ਤਾਂ ਕਿ ਮੁੰਬਈ, ਕੋਲਕਾਤਾ ਜਾਂ ਪੁਣੇ ਵਰਗੇ ਸ਼ਹਿਰਾਂ ਦੇ ਬਜਟ ਦੇਸ਼ ਭਗਤ ਨਹੀਂ ਅਤੇ ਦੇਸ਼ ਦੇ ਦੁਸ਼ਮਣ ਬਜਟ ਹੋਣਗੇ। ਡੈਂਡੀ ਕ੍ਰਾਂਤੀਕਾਰੀ ਕੇਜਰੀਵਾਲ ਅਤੇ ਦਿੱਲੀ ਦੇ ਉਪ ਰਾਜਪਾਲ ਦੇ ਅਧਿਕਾਰਾਂ ਦੀਆਂ ਹੱਦਾਂ ਦਾ ਵਿਵਾਦ ਪਿਛਲੇ ਸਾਲ ਅਦਾਲਤ ਵਿੱਚ ਪਹੁੰਚ ਗਿਆ ਸੀ। ਡੈਂਡੀ ਹੱਦ ਅਤੇ ਜ਼ਿੰਮੇਵਾਰੀ ਨੂੰ ਸਪਸ਼ਟ ਕਰਨ ਲਈ ਹੁਣ ਸੰਸਦ 'ਚ ਇੱਕ ਬਿੱਲ ਲਿਆਂਦਾ ਗਿਆ ਹੈ। ਡੈਂਡੀ ਯਕੀਨੀ ਤੌਰ 'ਤੇ ਸੰਵਿਧਾਨ ਅਤੇ ਕਾਨੂੰਨਾਂ 'ਚ ਸੋਧ ਦੇ ਅਧਿਕਾਰ ਸੰਸਦ ਦੇ ਕੋਲ ਹੁੰਦੇ ਹਨ। ਡੈਂਡੀ ਅਦਾਲਤਾਂ ਉਸੇ ਆਧਾਰ 'ਤੇ ਵਿਆਖਿਆ ਕਰਕੇ ਫੈਸਲਾ ਦਿੰਦੀਆਂ ਹਨ। ਡੈਂਡੀ ਫਿਰ ਵੀ ਕੇਜਰੀਵਾਲ ਅਤੇ ਉਹਨਾਂ ਦੀ ਪਾਰਟੀ ਨੇ ਇਸ ਨੂੰ ਆਜ਼ਾਦੀ ਅਤੇ ਲੋਕਤੰਤਰ 'ਤੇ ਹਮਲਾ ਕਰਾਰ ਦਿੱਤਾ ਹੈ। ਡੈਂਡੀ ਉਹ ਚਾਹੁੰਦੇ ਹਨ ਕਿ ਉਹਨਾਂ ਨੂੰ ਮਨਮਰਜ਼ੀ ਦੇ ਫੈਸਲੇ ਅਤੇ ਖਰਚ ਦੀ ਪੂਰੀ ਖੁੱਲ੍ਹ ਦਿੱਤੀ ਜਾਵੇ। ਡੈਂਡੀ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਬਜਾਏ ਮੁਕੰਮਲ ਸੂਬੇ ਵਾਂਗ ਸਾਰੇ ਅਧਿਕਾਰ ਚਾਹੁੰਦੇ ਹਨ। ਡੈਂਡੀ ਸਟਾਰਟ ਇਹ ਉਹਨਾਂ ਦਾ ਭਰਮ ਕਿਹਾ ਜਾਵੇ ਜਾਂ ਸਿਆਸੀ ਇੱਛਾਵਾਂ। ਡੈਂਡੀ ਉਹ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਬਣਨ ਦਾ ਸੁਪਨਾ ਦੇਖ ਸਕਦੇ ਹਨ। ਡੈਂਡੀ ਉਹਨਾਂ ਤੋਂ ਕਰੋੜਾਂ ਰੁਪਏ ਦਾ ਇਸ਼ਤਿਹਾਰ ਲੈਣ ਵਾਲੇ ਕੁਝ ਸੰਸਥਾਨ ਜਾਂ ਸਰਵੇ ਕੰਪਨੀਆਂ ਚੋਣਾਂ ਦੌਰਾਨ ਉਹਨਾਂ ਨੂੰ ਹੋਰਨਾਂ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਪ੍ਰਧਾਨ ਮੰਤਰੀ ਦੇ ਨਾਲ ਪ੍ਰਸਿੱਧੀ ਦੀ ਤੁਲਨਾ ਲਈ ਰੱਖਦੇ ਵੀ ਹਨ। ਡੈਂਡੀ ਸਹੀ ਗੱਲ ਤਾਂ ਇਹ ਹੈ ਕਿ ਦਿੱਲੀ 'ਚ ਮੁੰਬਈ ਵਾਂਗ ਇੱਕ ਮਹਾਨਗਰਪਾਲਿਕਾ, ਇੱਕ ਮੇਅਰ ਨਾਲ ਕੰਮ ਚੱਲ ਸਕਦਾ ਹੈ। ਡੈਂਡੀ 70 ਦੇ ਦਹਾਕੇ ਤੋਂ ਪਹਿਲਾਂ ਸ਼ਾਨ ਅਤੇ ਘੱਟ ਖਰਚ ਨਾਲ ਚੱਲ ਵੀ ਰਿਹਾ ਸੀ। ਡੈਂਡੀ ਲੰਡਨ ਅਤੇ ਨਿਊਯਾਰਕ 'ਚ ਆਖਰਕਾਰ ਮੇਅਰ ਚੰਗਾ ਪ੍ਰਸ਼ਾਸਨ ਚਲਾ ਰਹੇ ਹਨ। ਡੈਂਡੀ ਦਿੱਲੀ 'ਚ ਤਾਂ ਸਭ ਅਧਿਕਾਰ, ਵਿੱਤੀ ਸਾਧਨ, ਲਾਭ ਚਾਹੁੰਦੇ ਹਨ, ਪਰ ਜ਼ਿੰਮੇਵਾਰੀ ਦੂਸਰਿਆਂ 'ਤੇ ਪਾਉਂਦੇ ਰਹਿੰਦੇ ਹਨ। ਡੈਂਡੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 12 ਮਾਰਚ ਦੀ ਦਾਂਡੀ ਯਾਤਰਾ ਨੂੰ ਯਾਦ ਕਰਦੇ ਹੋਏ ਆਜ਼ਾਦ ਦੇ 75 ਸਾਲ ਦਾ ਸ਼ੰਖਨਾਦ
ਕਰਦੇ ਹੋਏ ਅੰਮ੍ਰਿਤ ਮਹਾਂ ਉਤਸਵ ਦਾ ਸ਼ੁਭ ਆਰੰਭ ਕੀਤਾ। ਡੈਂਡੀ ਉਹ ਗਾਂਧੀ ਵੱਲੋਂ ਦਵਾਈ ਆਜ਼ਾਦੀ ਨੂੰ ਕਾਇਮ ਰੱਖਣ, ਲੋਕਤੰਤਰ ਨੂੰ ਮਜ਼ਬੂਤ ਕਰਨ ਅਤੇ ਫਰਜ਼ਾਂ ਦੇ ਪਾਲਣ ਦੀ ਗੱਲ ਵੀ ਹਮੇਸ਼ਾ ਕਰਦੇ ਹਨ। ਡੈਂਡੀ ਦੂਸਰੇ ਪਾਸੇ ਕੇਜਰੀਵਾਲ ਅਤੇ ਕਾਂਗਰਸ ਦੇ ਚੋਟੀ ਦੇ ਨੇਤਾ ਰਾਹੁਲ ਗਾਂਧੀ, ਉਹਨਾਂ ਦੇ ਸਮਰਥਕ ਸੰਗਠਨ ਅਤੇ ਮੀਡੀਆ ਦਾ ਇੱਕ ਵਰਗ ਵੀ ਆਜ਼ਾਦੀ ਅਤੇ ਲੋਕਤੰਤਰ ਖਤਮ ਹੋਣ ਦਾ ਢੋਲ ਵਜਾਉਂਦੇ ਰਹਿੰਦੇ ਹਨ। ਡੈਂਡੀ ਤਰਾਸਦੀ ਇਹ ਹੈ ਕਿ ਉਹ ਦੁਨੀਆ ਭਰ 'ਚ ਭਾਰਤ ਨੂੰ ਪਾਕਿਸਤਾਨ ਤੋਂ ਵੀ ਖਰਾਬ ਤਾਨਾਸ਼ਾਹੀ ਰਾਜ ਅਤੇ ਜ਼ੁਲਮੋ ਸਿਤਮ 'ਚ ਹਿਟਲਰ ਯੁੱਗ ਨਾਲੋਂ ਵੀ ਤਰਸਯੋਗ ਦੱਸਣ ਦੇ ਝੂਠੇ ਅਪਮਾਨਜਨਕ ਪ੍ਰਚਾਰ 'ਚ ਲੱਗੇ ਹੋਏ ਹਨ। ਡੈਂਡੀ ਸੱਤਾ ਦੀ ਲੜਾਈ ਕੀ ਇਸ ਹੱਦ ਤੱਕ ਗਿਰੀ ਹੋਈ ਹੈ ਅਤੇ ਨਫ਼ਰਤ ਹੋ ਸਕਦੀ ਹੈ। ਡੈਂਡੀ ਦੋਵੇਂ ਨੇਤਾ ਸੜਕਾਂ 'ਤੇ ਮਹੀਨਿਆਂ ਦੇ ਧਰਨਿਆਂ ਅੰਦੋਲਨਾਂ ਦਾ ਸਮਰਥਨ ਕਰਦੇ ਗਰੀਬ ਲੋਕਾਂ ਨੂੰ ਭੜਕਾਉਂਦੇ ਘੁੰਮਦੇ ਹਨ। ਸੰਸਦ ਜਾਂ ਹੋਰਨਾਂ ਮੰਚਾਂ 'ਤੇ ਮਨ ਚਾਹਿਆ ਭਾਸ਼ਣ ਦਿੰਦੇ ਹਨ। ਚੋਣਾਂ 'ਚ ਜਿੱਤ ਹਾਰ ਦਾ ਸਾਹਮਣਾ ਕਰਦੇ ਹਨ। ਡੈਂਡੀ ਸਰਕਾਰੀ ਖਜ਼ਾਨੇ ਦੇ ਇਲਾਵਾ ਪੂੰਜੀਪਤੀਆਂ ਤੋਂ ਚੰਦਾ ਲੈਂਦੇ ਹਨ। ਉਹਨਾਂ ਨੂੰ ਉਦਯੋਗ ਧੰਦਾ ਵਧਾਉਣ ਲਈ ਕਹਿੰਦੇ ਹਨ। ਡੈਂਡੀ ਉੱਧਰ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਪੂਰੀ ਸਰਕਾਰ 'ਤੇ ਸਿਰਫ 2-4 ਪੂੰਜੀਪਤੀਆਂ ਦੇ ਲਈ ਹੀ ਕੰਮ ਕਰਨ ਦੇ ਦੋਸ਼ ਲੱਗਦੇ ਹਨ। ਡੈਂਡੀ ਅਜਿਹਾ ਟਕਰਾ ਕਿ ਕਿਸੇ ਹੋਰ ਲੋਕਤਾਂਤਰਿਕ ਦੇਸ਼ ਦੇ ਜ਼ਿੰਮੇਵਾਰ ਨੇਤਾ ਕਰਦੇ ਦਿਖਾਈ ਦਿੰਦੇ ਹਨ। ਪ੍ਰਸ਼ਨ ਚਿੰਨ੍ਹ ਲਗਭਗ ਇਹੀ ਹਾਲਤ ਪੱਛਮੀ ਬੰਗਾਲ 'ਚ ਦਿਸ ਰਹੀ ਹੈ। ਡੈਂਡੀ ਮਮਤਾ ਬੈਨਰਜੀ ਨੇ ਬੰਗਾਲ ਅਤੇ ਬੰਗਾਲੀਆਂ ਦੀ ਇੱਜ਼ਤ ਦੇ ਨਾਲ ਹੋਰਨਾਂ ਪਾਰਟੀਆਂ ਦੇ ਨੇਤਾਵਾਂ ਅਤੇ ਉਹਨਾਂ ਦੇ ਸਮਰਥਕਾਂ ਨੂੰ ਬਾਹਰੀ ਪਰਾਏ ਦੱਸਣ ਦੀ ਮੁਹਿੰਮ ਚਲਾਈ ਹੋਈ ਹੈ। ਡੈਂਡੀ ਚੋਣਾਂ ਤੋਂ ਪਹਿਲਾਂ ਵੀ ਉਹ ਕੇਂਦਰ ਸਰਕਾਰ ਅਤੇ ਉਸ ਦੇ ਪ੍ਰੋਗਰਾਮਾਂ, ਲੋਕ ਹਿਤਕਾਰੀ ਯੋਜਨਾਵਾਂ ਤੱਕ ਨੂੰ ਪ੍ਰਵਾਨ ਕਰਨ ਨੂੰ ਰਾਜ਼ੀ ਨਹੀਂ ਹੁੰਦੀ। ਡੈਂਡੀ ਕੇਂਦਰੀ ਏਜੰਸੀਆਂ ਨੂੰ ਵੀ ਪਤਾ ਨਹੀਂ ਦਾਖਲ ਹੋਣ ਦਿੰਦੀ। ਡੈਂਡੀ ਕਿ ਇਹ ਆਜ਼ਾਦੀ ਅਤੇ ਸੰਵਿਧਾਨ ਦਾ ਨਿਰਾਦਰ ਨਹੀਂ ਹੈ। ਪ੍ਰਸ਼ਨ ਚਿੰਨ੍ਹ ਮਹਾਰਾਸ਼ਟਰ 'ਚ ਸ਼ਿਵ ਸੈਨਾ ਸਾਲਾਂ ਤੋਂ ਰਾਸ਼ਟਰ ਭਗਤ ਅਤੇ ਹਿੰਦੂ ਰੱਖਿਅਕ ਦੇ ਠੇਕੇਦਾਰ ਵਰਗਾ ਦਾਅਵਾ ਕਰਦੀ ਰਹੀ, ਪਰ ਹੱਤਿਆ ਅਤੇ ਅੱਤਵਾਦੀਆਂ ਵਰਗੇ ਅਪਰਾਧੀਆਂ ਦੀ ਸਰਪ੍ਰਸਤੀ ਪੁਲਿਸ ਅਧਿਕਾਰੀਆਂ ਦਾ ਬਚਾਅ ਖੁਦ ਮੁੱਖ ਮੰਤਰੀ ਉਧਵ ਠਾਕਰੇ ਕਰ ਰਹੇ ਹਨ। ਡੈਂਡੀ ਤਾਜ਼ਾ ਮਾਮਲਾ ਤਾਂ ਬਹੁਤ ਗੰਭੀਰ ਹੈ। ਡੈਂਡੀ ਪੁਲਿਸ ਹਿਰਾਸਤ 'ਚ ਇੱਕ ਹੱਤਿਆ ਅਤੇ ਅਪਰਾਧੀ ਗਰੋਹ ਦੇ ਵਾਂਗ ਡਰਾ ਧਮਕਾ ਕੇ ਲੋਕਾਂ ਕੋਲੋਂ ਧਨ ਵਸੂਲਣ ਵਾਲੇ ਇੱਕ ਮਾਮੂਲੀ ਜਿਹੇ ਸਹਾਇਕ ਪੁਲਿਸ ਇੰਸਪੈਕਟਰ ਸਚਿਨ ਵਾਜੇ ਨੂੰ ਮੁਅੱਤਲੀ ਦੌਰਾਨ ਸਾਲਾਂ ਤੱਕ ਸ਼ਿਵ ਸੈਨਾ ਦਾ ਨੇਤਾ ਬਣਾ ਕੇ ਰੱਖਣਾ ਅਤੇ 16 ਸਾਲਾਂ ਬਾਅਦ ਰਾਤੋਂ ਰਾਤ ਮੁਅੱਤਲੀ ਰੱਦ ਕਰਕੇ ਅਪਰਾਧ ਪੜਤਾਲ ਵਿਭਾਗ ਦੀ ਜ਼ਿੰਮੇਵਾਰੀ ਸੌਂਪ ਦੇਣੀ ਕੀ ਉਚਿਤ ਕਿਹਾ ਜਾ ਸਕਦਾ ਹੈ। ਪ੍ਰਸ਼ਨ ਚਿੰਨ੍ਹ ਫਿਰ ਦੇਸ਼ ਦੇ ਸਭ ਤੋਂ ਵੱਡੇ ਉਦਯੋਗਪਤੀ ਦੇ ਘਰ ਦੇ ਬਾਹਰ ਅੱਤਵਾਦੀ ਹਥਿਆਰ ਸਮੱਗਰੀ ਵਾਲੀ ਗੱਡੀ ਅਤੇ ਧਮਕੀ ਭਰੇ ਪੱਤਰ ਬਰਾਮਦ ਹੋਣ ਦੇ ਬਾਅਦ ਇੱਕ ਵਿਅਕਤੀ ਦੀ ਹੱਤਿਆ ਦੇ ਮੁਲਜ਼ਮ ਦਾ 20 ਦਿਨਾਂ ਤੱਕ
ਬਚਾਅ ਅਤੇ ਕੇਂਦਰੀ ਜਾਂਚ ਏਜੰਸੀਆਂ ਦੀ ਭਰਪੂਰ ਵਿਰੋਧ ਸੰਪੂਰਨ ਸੰਘੀ ਵਿਵਸਥਾ ਨੂੰ ਚੁਣੌਤੀ ਹੀ ਕਿਹਾ ਜਾ ਸਕਦਾ ਹੈ। ਡੰਡੀ ਆਜ਼ਾਦੀ ਦੇ 75 ਸਾਲ 'ਚ ਪ੍ਰਵੇਸ਼ ਦੇ ਯਤਨ ਨਾਲ ਅਜਿਹੇ ਗੰਭੀਰ ਸਿਆਸੀ ਵਿਰੋਧ ਟਕਰਾਅ ਅਤੇ ਆਜ਼ਾਦੀ ਨੂੰ ਖੁੱਲ੍ਹੇ ਤੌਰ 'ਤੇ ਵਰਤਣ ਦੇ ਮੁੱਦੇ 'ਤੇ ਗੰਭੀਰਤਾ ਨਾਲ ਆਤਮ ਮੰਥਨ ਦੀ ਲੋੜ ਹੈ। ਡੰਡੀ ਪਹਿਰਾ ਆਤਮ ਵਿਸ਼ਵਾਸ, ਆਤਮ ਨਿਰਭਰਤਾ, ਆਪਣੀ ਸਹਾਇਤਾ ਖੁਦ ਕਰਨਾ ਵਰਗੇ ਸ਼ਬਦ ਅੱਜ ਤੋਂ ਨਹੀਂ ਸੈਂਕੜੇ ਸਾਲਾਂ ਤੋਂ ਲੋਕਾਂ ਦੇ ਕੰਨਾਂ 'ਚ ਪੈਂਦੇ ਰਹੇ ਹਨ। ਡੰਡੀ ਨੇਤਾਵਾਂ ਦਾ ਤਾਂ ਇਹ ਇੱਕ ਤਰ੍ਹਾਂ ਨਾਲ ਤਕੀਆ ਕਲਾਮ ਹੀ ਹੈ ਜਿਸ ਦੀ ਵਰਤੋਂ ਉਹ ਅਕਸਰ ਕਰਦੇ ਹਨ, ਖਾਸ ਕਰਕੇ ਉਦੋਂ ਜਦੋਂ ਉਹਨਾਂ ਨੇ ਕਿਸੇ ਦੀ ਮਦਦ ਕਰਨ ਤੋਂ ਬਚਣਾ ਹੁੰਦਾ ਹੈ। ਡੰਡੀ ਪਰਿਵਾਰ ਹੋਵੇ ਜਾਂ ਸਮਾਜ, ਜਦੋਂ ਚਫੇਰਿਓਂ ਨਿਰਾਸ਼ਾ ਹੋਣ ਲੱਗਦੀ ਹੈ ਉਦੋਂ ਇੱਕ ਹੀ ਵਾਕ ਕੰਮ ਆਉਂਦਾ ਹੈ ਕਿ ਖੁਦ ਹੀ ਕੁਝ ਕਰਨਾ ਹੋਵੇਗਾ, ਕਿਉਂਕਿ ਆਪਣੇ ਮਰੇ ਬਿਨਾਂ ਸਵਰਗ ਨਹੀਂ ਪਹੁੰਚਿਆ ਜਾ ਸਕਦਾ। ਡੰਡੀ ਬਹਿਕਾਵੇ ਦੀ ਖੇਡ ਆਮ ਨਾਗਰਿਕ ਨੂੰ ਬਹਿਕਾਈ ਰੱਖਣ, ਉਸ ਨੂੰ ਠੱਗਣ, ਉਸ ਦੇ ਨਾਲ ਧੋਖਾ ਕਰਨ ਤੋਂ ਲੈ ਕੇ ਅਸਮਾਨ ਦੇ ਤਾਰੇ ਤੋੜ ਕੇ ਉਸ ਦੀ ਝੋਲੀ 'ਚ ਪਾ ਦੇਣ ਦੇ ਵਾਅਦੇ ਤੱਕ ਕਰਨਾ ਨੇਤਾਵਾਂ ਅਤੇ ਉਹਨਾਂ ਤੋਂ ਬਣੀਆਂ ਸਰਕਾਰਾਂ ਦਾ ਨਿੱਤ ਦਾ ਕੰਮ ਹੈ। ਡੰਡੀ ਸਪਸ਼ਟ ਨੀਤੀਆਂ ਅਤੇ ਦ੍ਰਿੜ ਅਤੇ ਯਕੀਨੀ ਵਿਚਾਰਧਾਰਾ ਦੀ ਘਾਟ ਅਤੇ ਯੋਜਨਾਵਾਂ 'ਤੇ ਅਮਲ ਕਰਨ ਦੀ ਅਯੋਗਤਾ ਦੇ ਕਾਰਨ ਜਦੋਂ ਕਿਸੇ ਸਰਕਾਰ ਦੇ ਕੰਮ ਦੀ ਆਲੋਚਨਾ ਹੁੰਦੀ ਹੈ ਤਾਂ ਉਸ ਦਾ ਨਤੀਜਾ ਇੱਕ ਤੋਂ ਇੱਕ ਸ਼ਾਨਦਾਰ ਬਹਾਨੇ ਬਣਾ ਕੇ ਲੋਕਾਂ ਨੂੰ ਭਰਮਾਈ ਰੱਖਣ ਦੇ ਅੰਤਹੀਨ ਸਿਲਸਿਲੇ ਦੇ ਰੂਪ 'ਚ ਸ਼ੁਰੂ ਹੋ ਜਾਂਦਾ ਹੈ। ਡੰਡੀ ਲੋਕਾਂ ਦੇ ਮਨ 'ਚ ਇਹ ਗੱਲ ਵੀ ਭਰੀ ਜਾਂਦੀ ਹੈ ਕਿ ਪਿਛਲੀਆਂ ਸਰਕਾਰਾਂ ਦੇ ਨਿਕੰਮੇ ਹੋਣ ਦੇ ਕਾਰਨ ਹੁਣ ਸਾਨੂੰ ਹੀ ਸਭ ਕੁਝ ਸ਼ੁਰੂ ਤੋਂ ਕਰਨਾ ਪੈ ਰਿਹਾ ਹੈ। ਇਸ ਲਈ ਸਮਾਂ ਤਾਂ ਲੱਗੇਗਾ ਹੀ। ਡੰਡੀ ਵਿਰੋਧੀ ਧਿਰ ਵੀ ਇਹ ਦੁਹਰਾਉਂਦੀ ਰਹਿੰਦੀ ਹੈ ਕਿ ਇਹ ਸਰਕਾਰ ਤਾਂ ਬਸ 2-4 ਪੂੰਜੀਪਤੀਆਂ ਨੂੰ ਹੀ ਮਾਲਾ ਮਾਲ ਕਰਨ 'ਚ ਲੱਗੀ ਹੈ ਅਤੇ ਸਾਡੇ ਹੱਥ 'ਚ ਸੱਤਾ ਆਉਂਦਿਆਂ ਹੀ ਸਾਰੀਆਂ ਪਰੇਸ਼ਾਨੀਆਂ ਚੁਟਕੀ ਭਰ 'ਚ ਦੂਰ ਹੋ ਜਾਣਗੀਆਂ। ਡੰਡੀ ਇਸ ਤਰ੍ਹਾਂ ਦੇ ਛਲਾਵੇ ਕਰਨਾ ਸਿਆਸਤਦਾਨਾਂ ਦੇ ਲਈ ਤਾਂ ਸਹੀ ਹੋ ਸਕਦਾ ਹੈ, ਪਰ ਜਦੋਂ ਇਹੀ ਨਜ਼ਰੀਆ ਸਮਾਜ ਅਤੇ ਪਰਿਵਾਰ 'ਚ ਆਪਣੀਆਂ ਜੜ੍ਹਾਂ ਜਮਾਉਣ ਲੱਗਦਾ ਹੈ ਤਾਂ ਆਪਣੇ ਤੋਂ ਵਿਸ਼ਵਾਸ ਉੱਠਣ ਲੱਗਦਾ ਹੈ। ਵਿਅਕਤੀ ਲਾਚਾਰ ਮਹਿਸੂਸ ਕਰਦਾ ਹੋਇਆ ਆਪਣੀ ਸੋਚ ਨੂੰ ਰੋਕ ਲੈਂਦਾ ਹੈ, ਆਪਣੇ ਮਰਦਪੁਣੇ 'ਤੇ ਸ਼ੱਕ ਕਰਨ ਲੱਗਦਾ ਹੈ ਅਤੇ ਹਾਲਾਤ ਨਾਲ ਸਮਝੌਤਾ ਕਰਨ ਤੋਂ ਇਲਾਵਾ ਉਸਨੂੰ ਕੋਈ ਰਸਤਾ ਨਹੀਂ ਸੁੱਝਦਾ। ਡੰਡੀ ਆਪਣੇ 'ਤੇ ਵਿਸ਼ਵਾਸ ਕਿਵੇਂ ਹੋਵੇ? ਡੰਡੀ ਇਸ ਨੂੰ ਸਮਝਣ ਲਈ ਇੱਕ ਘਟਨਾ ਦਾ ਜ਼ਿਕਰ ਕਰਦਾ ਹਾਂ। ਡੰਡੀ ਬਹੁਤ ਸਾਲ ਪਹਿਲਾਂ ਚੱਲੋ ਪਿੰਡ ਵੱਲ ਪ੍ਰੋਗਰਾਮ ਦਾ ਨਿਰਮਾਣ ਕਰਦਾ ਸੀ ਜੋ ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ 'ਚ ਆਕਾਸ਼ਵਾਣੀ ਤੋਂ ਪ੍ਰਸਾਰਿਤ ਹੁੰਦਾ ਸੀ। ਡੰਡੀ ਇੱਕ ਤੇਲਗੂ ਔਰਤ ਦਾ ਪੱਤਰ ਆਇਆ ਕਿ ਉਹ ਆਪਣੇ 4 ਬੱਚਿਆਂ ਦੇ ਨਾਲ ਖੁਦਕੁਸ਼ੀ ਕਰਨ ਜਾ ਰਹੀ ਸੀ।
ਤੇ ਇੱਕ ਦੁਕਾਨ ਦੇ ਕੋਲ ਕੁਝ ਦੇਰ ਆਰਾਮ ਕਰਨ ਲਈ ਰੁਕ ਗਈ। ਡੰਡੀ ਦੁਕਾਨ 'ਚ ਰੇਡੀਓ ਤੋਂ ਇਹ ਪ੍ਰੋਗਰਾਮ ਸੁਣਨ ਲੱਗੀ, ਜਿਸ ਦਾ ਅਸਰ ਇਹ ਹੋਇਆ ਕਿ ਸੋਚਣ ਲੱਗੀ ਕਿ ਮੈਂ ਖੁਦਕੁਸ਼ੀ ਕਿਉਂ ਕਰ ਰਹੀ ਹਾਂ। ਪ੍ਰਸ਼ਨ ਚਿੰਨ੍ਹ ਪੈਰਾ। ਇਸ ਪ੍ਰੋਗਰਾਮ 'ਚ ਮੁੱਖ ਭੂਮਿਕਾ 'ਚ ਨਟ ਅਤੇ ਨਟਣੀ ਆਪਣੇ ਅਭਿਨੈ ਨਾਲ ਔਰਤਾਂ ਵੱਲੋਂ ਆਪਣੀ ਮਦਦ ਖੁਦ ਕਰਨ ਦੀ ਗੱਲ ਕਰਦੇ ਹੋਏ ਪਿੰਡ ਦੇ ਸਰਪੰਚ ਜਾਂ ਬਲਾਕ ਡਿਵੈਲਪਮੈਂਟ ਅਧਿਕਾਰੀ ਦੇ ਕੋਲ ਜਾਣ ਨੂੰ ਕਹਿ ਰਹੇ ਸਨ। ਡੰਡੀ ਇਸ ਔਰਤ ਨੇ ਪੱਤਰ 'ਚ ਇਸ ਦਾ ਜ਼ਿਕਰ ਕਰਦੇ ਹੋਏ ਲਿਖਿਆ ਕਿ ਉਹ ਪੰਚਾਇਤ 'ਚ ਗਈ, ਜਿਸ ਦੀ ਸਰਪੰਚ ਔਰਤ ਸੀ, ਅਤੇ ਆਪਣੀ ਆਪ ਬੀਤੀ ਸੁਣਾਈ ਤਾਂ ਸਰਪੰਚ ਨੇ ਝੜਕ ਕੇ ਕਿਹਾ ਕਿ ਮਰਨ ਨਾਲ ਤੈਨੂੰ ਤੇ ਤੇਰੇ ਬੱਚਿਆਂ ਨੂੰ ਕੀ ਮਿਲੇਗਾ। ਪ੍ਰਸ਼ਨ ਚਿੰਨ੍ਹ ਪੈਰਾ। ਉਸ ਤੋਂ ਬਾਅਦ ਉਸ ਨੂੰ ਪਿੰਡ 'ਚ ਸਰਪੰਚ ਦੇ ਬਣਾਏ ਮਹਿਲਾ ਖੁਦ ਸਹਾਇਤਾ ਸਮੂਹ ਤੋਂ ਬਿਨਾਂ ਵਿਆਜ ਕੁਝ ਰੁਪਏ ਮਿਲੇ, ਜਿਸ ਨਾਲ ਭੁੱਖ ਮਿਟੀ ਅਤੇ ਜੋ ਕੰਮ ਉਸਨੂੰ ਆਉਂਦਾ ਸੀ ਉਸਨੂੰ ਕਰਨ ਦੇ ਸਾਧਨ ਮਿਲੇ, ਜਿਸ ਨਾਲ ਉਹ ਅੱਜ ਆਪਣੇ ਪੈਰਾਂ 'ਤੇ ਖੜੀ ਹੈ। ਡੰਡੀ ਜੇਕਰ ਇਸ ਘਟਨਾ ਨੂੰ ਵੱਡਾ ਕਰਕੇ ਦੇਖਿਆ ਜਾਵੇ ਤਾਂ ਇਹ ਦੇਸ਼ ਦੇ ਹਰੇਕ ਉਸ ਨਾਗਰਿਕ ਦਾ ਭਲਾ ਕਰ ਸਕਦੀ ਹੈ ਜੋ ਭੁੱਖ, ਗਰੀਬੀ, ਬੇਰੁਜ਼ਗਾਰੀ ਨਾਲ ਜੂਝ ਰਿਹਾ ਹੈ। ਡੰਡੀ ਇਸ ਦਾ ਮਤਲਬ ਇਹ ਹੈ ਕਿ ਜੇਕਰ ਆਮ ਨਾਗਰਿਕ ਦੇ ਮਨ 'ਚ ਆਪਣੇ ਸਹਿਯੋਗੀ, ਕਰਮਚਾਰੀ, ਸੇਵਕ ਜਾਂ ਫਿਰ ਗਵਾਂਢੀ ਦੇ ਕਿਸੇ ਦੁੱਖ ਦਾ ਪਤਾ ਲੱਗਣ ਤੇ ਉਸਦੀ ਦਿੱਕਤ ਦੂਰ ਕਰਨ ਦਾ ਭਾਵ ਪੈਦਾ ਹੋ ਜਾਵੇ ਅਤੇ ਉਹ ਆਪਣੀ ਹੈਸੀਅਤ ਅਨੁਸਾਰ ਮਦਦ ਕਰ ਦੇਵੇ ਤਾਂ ਇਹ ਕਿਸੇ ਕ੍ਰਾਂਤੀ ਤੋਂ ਘੱਟ ਨਹੀਂ ਹੋਵੇਗਾ। ਡੰਡੀ ਅਜਿਹੀ ਹੀ ਇੱਕ ਹੋਰ ਘਟਨਾ ਹੈ ਜੋ ਬਾਲ ਮਜ਼ਦੂਰਾਂ ਅਤੇ ਬੇਸਹਾਰਾ ਭੀਖ ਮੰਗਦੇ ਬੱਚਿਆਂ ਅਤੇ ਮਜਬੂਰੀ 'ਚ ਕਿਸੇ ਦੇ ਅੱਗੇ ਹੱਥ ਫੈਲਾਉਂਦੇ ਲੋਕਾਂ ਨਾਲ ਜੁੜੀ ਹੈ। ਡੰਡੀ ਆਮ ਤੌਰ 'ਤੇ ਸਰਕਾਰ ਦਾ ਵਤੀਰਾ ਇਹਨਾਂ ਨੂੰ ਫੜ ਕੇ ਕਿਸੇ ਆਸ਼ਰਮ ਜਾਂ ਅਨਾਥ ਆਸ਼ਰਮ ਜਾਂ ਜੇਲ੍ਹ ਵਰਗੇ ਸੁਧਾਰ ਘਰ 'ਚ ਸੁੱਟ ਦਿੱਤੇ ਜਾਣ ਦਾ ਹੁੰਦਾ ਹੈ। ਡੰਡੀ ਕੁਝ ਕੁ ਸੰਵੇਦਨਸ਼ੀਲ ਲੋਕਾਂ ਜਿਵੇਂ ਕਿ ਬਚਪਨ ਬਚਾਓ ਅੰਦੋਲਨ ਦੇ ਪ੍ਰਵਰਤਕ ਕਹੇ ਜਾਣ ਵਾਲੇ ਕੈਲਾਸ਼ ਸਤਿਆਰਥੀ ਨੇ ਬਾਲ ਮਜ਼ਦੂਰਾਂ ਅਤੇ ਭੀਖ ਮੰਗਦੇ ਬੱਚਿਆਂ ਨੂੰ ਬਿਨਾਂ ਕਿਸੇ ਸਰਕਾਰੀ ਸਹਾਇਤਾ ਜਾਂ ਦਖਲ ਅੰਦਾਜ਼ੀ ਦੇ ਉਹਨਾਂ ਦੀ ਪ੍ਰਤਿਭਾ ਦੇ ਅਨੁਸਾਰ ਉਹਨਾਂ ਨੂੰ ਸਿੱਖਿਅਤ ਕਰਨ ਅਤੇ ਉਹਨਾਂ ਦੇ ਹੁਨਰ ਨੂੰ ਪਛਾਣ ਕੇ ਟ੍ਰੇਨਡ ਕਰਨ ਦਾ ਪ੍ਰਬੰਧ ਕੀਤਾ ਤਾਂ ਉਹਨਾਂ ਦੇ ਕਈ ਪਰਿਵਾਰਾਂ ਦੀਆਂ ਪੀੜ੍ਹੀਆਂ ਤੱਕ ਦਾ ਭਲਾ ਹੋ ਗਿਆ। ਡੰਡੀ ਇਸੇ ਤਰ੍ਹਾਂ ਦੁਨੀਆ ਦੀਆਂ ਸਭ ਤੋਂ ਧਨਾਢ ਔਰਤਾਂ 'ਚੋਂ ਇੱਕ ਮਲਿੰਡਾ ਗੇਟਸ ਨੇ ਭਾਰਤ 'ਚ ਉਹਨਾਂ ਦੂਰ ਦੁਰਾਡੇ ਇਲਾਕਿਆਂ ਦੀਆਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਦਾ ਕੰਮ ਸ਼ੁਰੂ ਕੀਤਾ, ਜਿਨ੍ਹਾਂ ਤੱਕ ਪਹੁੰਚਣਾ ਕਿਸੇ ਵੀ ਸਰਕਾਰ ਦੀ ਪਹਿਲਕਦਮੀ ਨਹੀਂ ਸੀ। ਡੰਡੀ ਸਾਡੇ ਦੇਸ਼ 'ਚ ਅਜਿਹੇ ਬਹੁਤ ਸਾਰੇ ਵਿਅਕਤੀ ਹਨ ਜੋ ਬਿਨਾਂ ਕਿਸੇ ਉਮੀਦ ਦੇ ਆਲੇ ਦੁਆਲੇ ਰਹਿਣ ਵਾਲਿਆਂ ਦੀ ਯਥਾ ਸੰਭਵ ਮਦਦ ਕਰਦੇ ਰਹਿੰਦੇ ਹਨ, ਜਿਸ ਨੂੰ ਉਹ ਨਾ ਯਾਦ ਰੱਖਦੇ ਹਨ ਅਤੇ ਨਾ ਹੀ ਉਸ ਵਿਅਕਤੀ ਨੂੰ ਜਿਤਾਉਂਦੇ ਹਨ ਜਿਸ ਦੇ ਪ੍ਰਤੀ ਉਹਨਾਂ ਨੇ ਕੁਝ ਕੀਤਾ ਸੀ। ਡੰਡੀ ਆਦਤ ਜਿਹੀ ਬਣ ਜਾਏ। ਅਸਲ 'ਚ ਇਹ ਇੱਕ ਅਜਿਹੀ ਪ੍ਰਵਿਰਤੀ ਹੈ ਜੋ ਜਿਉਣਾ ਸਿਖਾਉਂਦੀ ਹੈ ਅਤੇ ਜੇਕਰ ਧਾਰਮਿਕ ਅੰਦਾਜ਼ 'ਚ ਕਹੀਏ ਤਾਂ ਇਸ ਨੂੰ ਪੁੰਨ ਕਮਾਉਣਾ ਜਾਂ ਆਪਣਾ ਪਰਲੋਕ ਸੁਧਾਰਨਾ ਕਹਿ ਸਕਦੇ ਹਾਂ।
ਬਿਨਾਂ ਕਿਸੇ ਤਰ੍ਹਾਂ ਦੀ ਇੱਛਾ ਰੱਖਦੇ ਹੋਏ ਆਪਣੀ ਔਲਾਦ ਅਤੇ ਪੂਰੇ ਪਰਿਵਾਰ ਲਈ ਜੇਕਰ ਕੋਈ ਵਿਅਕਤੀ ਕੁਝ ਕਰਦਾ ਹੈ ਤਾਂ ਇਹ ਅਣਜਾਣੇ 'ਚ ਆਪਣੀ ਹੀ ਮਦਦ ਹੋ ਜਾਂਦੀ ਹੈ, ਜਿਸ ਦਾ ਸਿੱਟਾ ਮਾਨਸਿਕ ਤਣਾਅ ਤੋਂ ਮੁਕਤੀ ਅਤੇ ਇੱਕ ਤਰ੍ਹਾਂ ਦਾ ਸੁਖਦ ਅਹਿਸਾਸ ਹੋਣ ਵਰਗਾ ਹੁੰਦਾ ਹੈ। ਡੰਡੀ ਵਪਾਰ ਦੀ ਦੁਨੀਆ, ਖਾਸ ਕਰਕੇ ਇਸ਼ਤਿਹਾਰ ਦੇ ਕਾਰੋਬਾਰ 'ਚ ਇਹ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਆਪਣੇ ਕਲਾਇੰਟ ਭਾਵ ਖਪਤਕਾਰ ਦੀ ਭਲਾਈ ਨੂੰ ਸਭ ਤੋਂ ਮੁੱਖ ਰੱਖ ਕੇ ਕੰਮ ਕਰੋਗੇ ਤਾਂ ਤੁਹਾਡਾ ਆਪਣਾ ਭਲਾ ਖੁਦ ਹੋ ਜਾਵੇਗਾ। ਡੰਡੀ ਮਤਲਬ ਤੁਹਾਨੂੰ ਇਸ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਜੇਕਰ ਮੈਨੂੰ ਘਾਟਾ ਹੋ ਗਿਆ ਤਾਂ ਮੈਂ ਬਰਬਾਦ ਹੋ ਜਾਵਾਂਗਾ। ਡੰਡੀ ਇਸ ਦੇ ਉਲਟ ਸੋਚ ਇਹ ਬਣੇਗੀ ਕਿ ਮੈਂ ਆਪਣੇ ਵੱਲੋਂ ਇਮਾਨਦਾਰੀ ਨਾਲ ਪੂਰੀ ਕੋਸ਼ਿਸ਼ ਕੀਤੀ, ਪਰ ਜੇਕਰ ਨਤੀਜਾ ਆਪਣੇ ਮਨ ਦੇ ਮੁਤਾਬਕ ਨਾ ਨਿਕਲੇ ਤਾਂ ਇਸ ਦਾ ਮਤਲਬ ਇਹ ਹੈ ਕਿ ਕਿਤੇ ਕੁਝ ਕਮੀ ਸੀ, ਜਿਸ ਨੂੰ ਦੂਰ ਕਰਕੇ ਫਿਰ ਤੋਂ ਕੋਸ਼ਿਸ਼ ਕੀਤੀ ਜਾਵੇ ਤਾਂ ਕਾਮਯਾਬੀ ਮਿਲਣੀ ਕੋਈ ਵੱਡੀ ਗੱਲ ਨਹੀਂ ਹੈ। ਡੰਡੀ ਜੇਕਰ ਇਹ ਸੋਚ ਬਣ ਜਾਏ ਤਾਂ ਵਿਅਕਤੀ ਬਹੁਤ ਸਾਰੇ ਅਜਿਹੇ ਕੰਮ ਕਰਨ ਤੋਂ ਬਚ ਸਕਦਾ ਹੈ ਜੋ ਸਮਾਜ ਲਈ ਹਾਨੀਕਾਰਕ ਹਨ, ਜਿਵੇਂ ਕਿ ਘੱਟ ਤੋਲਣਾ, ਖਾਣ ਪੀਣ ਦੀਆਂ ਚੀਜ਼ਾਂ 'ਚ ਮਿਲਾਵਟ ਕਰਨਾ ਜਾਂ ਕਿਸੇ ਦੂਸਰੇ ਦੇ ਜ਼ਖਮੀ ਹੋਣ 'ਤੇ ਸਹਾਇਤਾ ਕਰਨ ਦੀ ਥਾਂ ਬਚ ਕੇ ਨਿਕਲ ਜਾਣਾ ਜਾਂ ਕਿਸੇ ਨੂੰ ਦੁਖੀ ਦੇਖ ਕੇ ਉਸ 'ਚ ਆਪਣੇ ਲਈ ਖੁਸ਼ੀ ਲੱਭਣਾ। ਡੰਡੀ ਇਹ ਸਭ ਦਾ ਸਿੱਟਾ ਇਹੀ ਹੈ ਕਿ ਜਦੋਂ ਤੱਕ ਵਿਅਕਤੀ ਨੂੰ ਆਪਣੀ ਮਦਦ ਖੁਦ ਕਰਨਾ ਨਹੀਂ ਆਏਗਾ, ਉਦੋਂ ਤੱਕ ਉਹ ਦੂਸਰਿਆਂ ਦਾ ਮੂੰਹ ਤੱਕਦਾ ਰਹੇਗਾ ਅਤੇ ਆਤਮ ਨਿਰਭਰ ਬਣਨਾ ਦੂਰ, ਆਪਣਾ ਆਤਮ ਵਿਸ਼ਵਾਸ ਵੀ ਗਵਾ ਬੈਠੇਗਾ। ਡੰਡੀ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਈਡਨ ਦੇ ਸੱਤਾ 'ਚ ਆਉਣ ਤੋਂ ਬਾਅਦ ਚੀਨ ਦੇ ਨਾਲ 18 ਮਾਰਚ ਨੂੰ ਹੋਈ ਪਹਿਲੀ ਮੁੱਖ ਗੱਲਬਾਤ 'ਚ ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀਆਂ 'ਚ ਪੂਰੀ ਦੁਨੀਆ ਦੇ ਸਾਹਮਣੇ ਤਿੱਖੀ ਨੋਕ ਝੋਕ ਦੇਖਣ ਨੂੰ ਮਿਲੀ। ਡੰਡੀ ਅਮਰੀਕੀ ਪ੍ਰਤੀਨਿਧੀਆਂ ਨੇ ਹਾਂਗਕਾਂਗ ਅਤੇ ਸ਼ਿਨਜਿਆਂਗ ਨੂੰ ਲੈ ਕੇ ਚੀਨ ਦੀ ਆਲੋਚਨਾ ਕੀਤੀ ਤਾਂ ਉਹਨਾਂ ਦੇ ਚੀਨੀ ਹਮਰੁਤਬਾ ਨੇ ਕਿਹਾ ਕਿ ਅਮਰੀਕਾ ਹੁਣ ਚੀਨ ਦੇ ਨਾਲ ਇਸ ਲਹਿਜੇ 'ਚ ਗੱਲ ਨਹੀਂ ਕਰ ਸਕਦਾ ਹੈ। ਡੰਡੀ ਅਮਰੀਕਾ ਦੇ ਅਲਾਸਕਾ 'ਚ ਹੋਈ ਇਸ ਬੈਠਕ ਤੋਂ ਪਹਿਲਾਂ ਕੁਝ ਉਮੀਦਾਂ ਸਨ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸ਼ਾਸਨ ਕਾਲ ਦੌਰਾਨ ਵਪਾਰ, ਮਨੁੱਖੀ ਅਧਿਕਾਰ ਅਤੇ ਸਾਈਬਰ ਸੁਰੱਖਿਆ ਨੂੰ ਲੈ ਕੇ ਦੋਵਾਂ ਦੇਸ਼ਾਂ ਦਰਮਿਆਨ ਪੈਦਾ ਹੋਇਆ ਤਣਾਅ ਕੁਝ ਘੱਟ ਹੋ ਸਕਦਾ ਹੈ। ਡੰਡੀ ਇਸ ਦੇ ਉਲਟ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲਵਿਨ ਦੀ ਚੀਨ ਦੇ ਚੋਟੀ ਦੇ ਡਿਪਲੋਮੈਟਾਂ ਯਾਂਗ ਜਿਆਂਚੀ ਅਤੇ ਸਟੇਟ ਕੌਂਸਲਰ ਵਾਂਗ ਯੀ ਦੇ ਨਾਲ ਬੈਠਕ 'ਚ ਇਹ ਸਾਰੀਆਂ ਉਮੀਦਾਂ ਉਸ ਸਮੇਂ ਧੁੰਦਲੀਆਂ ਹੋ ਗਈਆਂ ਜਦੋਂ ਕੈਮਰਿਆਂ ਦੇ ਸਾਹਮਣੇ ਉਹਨਾਂ 'ਚ ਗਰਮਾ ਗਰਮ ਬਹਿਸ ਛਿੜ ਗਈ। ਡੰਡੀ ਚੀਨੀ ਅਧਿਕਾਰੀਆਂ ਨੇ ਇਸ ਬੈਠਕ 'ਚ ਦੋਸ਼ ਲਗਾਇਆ ਕਿ ਅਮਰੀਕਾ ਹੋਰ ਦੇਸ਼ਾਂ ਨੂੰ ਚੀਨ 'ਤੇ ਹਮਲੇ ਕਰਨ ਲਈ ਉਕਸਾ ਰਿਹਾ ਹੈ, ਜਦਕਿ ਅਮਰੀਕਾ ਨੇ ਕਿਹਾ ਕਿ ਚੀਨ ਬਿਨਾਂ ਸੋਚੇ ਸਮਝੇ ਹੀ ਇਸ ਸਿੱਟੇ 'ਤੇ ਪਹੁੰਚ ਗਿਆ ਹੈ। ਡੰਡੀ ਚੀਨ ਅਤੇ ਅਮਰੀਕਾ ਦੇ ਸਬੰਧ ਮੌਜੂਦਾ ਦੌਰ 'ਚ ਸਭ ਤੋਂ ਤਣਾਅਪੂਰਨ ਸਥਿਤੀ 'ਚ ਹਨ ਅਤੇ ਪਿਛਲੇ
ਕੁਝ ਸਾਲਾਂ ਤੋਂ ਅਜਿਹੇ ਹੀ ਹਾਲਾਤ ਬਣੇ ਹੋਏ ਹਨ ਡੰਡੀ। ਫਿਰ ਵੀ ਅਮਰੀਕਾ ਨੇ ਤੈਅ ਕੀਤਾ ਹੈ ਕਿ ਉਹ ਚੀਨ ਦੇ ਨਾਲ ਗੱਲਬਾਤ ਦੌਰਾਨ ਚੀਨ 'ਚ ਉਈਗਰ ਮੁਸਲਮਾਨਾਂ 'ਤੇ ਅਤਿਆਚਾਰਾਂ ਦਾ ਮੁੱਦਾ ਉਠਾਉਂਦਾ ਰਹੇਗਾ ਡੰਡੀ। ਉੱਧਰ ਚੀਨ ਨੇ ਕਿਹਾ ਕਿ ਜੇਕਰ ਅਮਰੀਕਾ ਸੋਚ ਰਿਹਾ ਸੀ ਕਿ ਚੀਨ ਉਹਨਾਂ ਦੇ ਸਾਹਮਣੇ ਝੁਕੇਗਾ ਤਾਂ ਉਹ ਧੋਖੇ 'ਚ ਸੀ ਡੰਡੀ। ਗੱਲਬਾਤ ਦੀ ਸ਼ੁਰੂਆਤ 'ਚੋਂ ਹੀ ਬਲਿੰਕਨ ਨੇ ਕਿਹਾ ਕਿ ਸ਼ਿਨਜਿਆਂਗ, ਹਾਂਗਕਾਂਗ, ਤਾਈਵਾਨ ਅਮਰੀਕਾ 'ਤੇ ਹੋਏ ਸਾਈਬਰ ਹਮਲਿਆਂ ਅਤੇ ਸਾਡੇ ਸਹਿਯੋਗੀਆਂ 'ਤੇ ਬਣਾਏ ਗਏ ਆਰਥਿਕ ਦਬਾਅ ਦੇ ਬਾਰੇ 'ਚ ਆਪਣੀਆਂ ਡੂੰਘੀਆਂ ਚਿੰਤਾਵਾਂ 'ਤੇ ਅਮਰੀਕਾ ਚਰਚਾ ਜਾਰੀ ਰੱਖੇਗਾ, ਕਿਉਂਕਿ ਵਿਸ਼ਵ ਪੱਧਰੀ ਸਥਿਰਤਾ ਦੇ ਲਈ ਇਹਨਾਂ 'ਤੇ ਗੱਲ ਹੋਣੀ ਜ਼ਰੂਰੀ ਹੈ ਡੰਡੀ। ਇਸ ਦੇ ਜਵਾਬ 'ਚ ਚੀਨ ਦੇ ਚੋਟੀ ਦੇ ਡਿਪਲੋਮੈਟ ਯਾਂਗ ਜੀਚਾਈ ਨੇ ਦੋਸ਼ ਲਗਾਇਆ ਹੈ ਕਿ ਅਮਰੀਕਾ ਆਪਣੀ ਫੌਜੀ ਸ਼ਕਤੀ ਅਤੇ ਆਰਥਿਕ ਗਲਬੇ ਦੀ ਗਲਤ ਵਰਤੋਂ ਕਰਕੇ ਦੂਸਰੇ ਦੇਸ਼ਾਂ 'ਤੇ ਧੌਂਸ ਜਮਾਉਂਦਾ ਹੈ ਅਤੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਡੰਡੀ। ਉਹਨਾਂ ਨੇ ਕਿਹਾ ਅਮਰੀਕੀ ਆਮ ਵਪਾਰਕ ਲੈਣ ਦੇਣ 'ਚ ਰੁਕਾਵਟ ਪਾਉਣ ਅਤੇ ਚੀਨ 'ਤੇ ਹਮਲਾ ਕਰਨ ਦੇ ਲਈ ਕੁਝ ਦੇਸ਼ਾਂ ਨੂੰ ਉਕਸਾਉਣ ਲਈ ਰਾਸ਼ਟਰੀ ਸੁਰੱਖਿਆ ਦੀਆਂ ਅਖੌਤੀਆਂ ਧਾਰਨਾਵਾਂ ਦੀ ਵਰਤੋਂ ਕਰਦਾ ਹੈ ਡੰਡੀ। ਅਸ਼ਵੇਤ ਅਮਰੀਕੀ ਲੋਕਾਂ ਦਾ ਜ਼ਿਕਰ ਕਰਦੇ ਹੋਏ ਚੀਨ ਦੇ ਅਧਿਕਾਰੀਆਂ ਨੇ ਕਿਹਾ ਕਿ ਅਮਰੀਕਾ 'ਚ ਖੁਦ ਮਨੁੱਖੀ ਹੱਕਾਂ ਦੀ ਸਥਿਤੀ ਸਭ ਤੋਂ ਹੇਠਲੇ ਪੱਧਰ 'ਤੇ ਹੈ ਡੰਡੀ। ਉੱਧਰ ਸੁਲੀਵਨ ਨੇ ਕਿਹਾ ਅਸੀਂ ਚੀਨ ਦੇ ਨਾਲ ਕੋਈ ਝਗੜਾ ਨਹੀਂ ਚਾਹੁੰਦੇ, ਪਰ ਅਸੀਂ ਆਪਣੇ ਲੋਕਾਂ, ਆਪਣੇ ਸਿਧਾਂਤਾਂ ਅਤੇ ਆਪਣੇ ਦੋਸਤਾਂ ਦੇ ਨਾਲ ਖੜ੍ਹੇ ਹਾਂ ਅਤੇ ਖੜ੍ਹੇ ਰਹਾਂਗੇ ਡੰਡੀ। ਦੁਨੀਆ ਭਰ ਦੇ ਮੀਡੀਆ ਦੇ ਸਾਹਮਣੇ ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀਆਂ ਦੀ ਇਹ ਬਹਿਸ 1 ਘੰਟੇ ਤੋਂ ਵੱਧ ਸਮੇਂ ਤੱਕ ਚੱਲਦੀ ਰਹੀ ਡੰਡੀ। ਇਸ ਦੇ ਬਾਅਦ ਅਮਰੀਕਾ ਦੇ ਅਧਿਕਾਰੀਆਂ ਨੇ ਚੀਨ ਦੇ ਪ੍ਰਤੀਨਿਧੀਆਂ 'ਤੇ ਦੋਸ਼ ਲਗਾਇਆ ਕਿ ਉਹਨਾਂ ਨੇ ਪ੍ਰੋਟੋਕਾਲ ਦੀ ਉਲੰਘਣਾ ਕੀਤੀ ਹੈ ਡੰਡੀ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਬਹਿਸ ਸ਼ੁਰੂ ਹੋਣ 'ਤੇ ਦੋਵਾਂ ਧਿਰਾਂ ਨੂੰ ਆਪਣੀ ਗੱਲ ਰੱਖਣ ਲਈ 2 ਮਿੰਟ ਦਾ ਸਮਾਂ ਦਿੱਤਾ ਜਾਂਦਾ ਹੈ, ਪਰ ਚੀਨ ਦੇ ਪ੍ਰਤੀਨਿਧੀਆਂ ਨੇ ਵਿਚਾਲੇ ਹੀ ਗੱਲ ਕੱਟ ਦਿੱਤਾ ਡੰਡੀ। ਇੱਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਕਿਹਾ ਅਜਿਹਾ ਲੱਗਾ ਕਿ ਚੀਨੀ ਵਫਦ ਉੱਥੇ ਤਮਾਸ਼ਾ ਕਰਨ ਹੀ ਆਇਆ ਸੀ ਡੰਡੀ। ਉਹਨਾਂ ਨੇ ਮੁੱਦੇ 'ਤੇ ਗੱਲ ਕਰਨ ਦੀ ਥਾਂ ਨਾਟਕਤਾ ਦਾ ਸਹਾਰਾ ਲਿਆ ਡੰਡੀ। ਜਨਤਕ ਮੰਚਾਂ 'ਤੇ ਅਜਿਹੇ ਨਾਟਕੀ ਬਿਆਨ ਆਮ ਤੌਰ 'ਤੇ ਘਰੇਲੂ ਦਰਸ਼ਕਾਂ, ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਭਰਮਾਉਣ ਲਈ ਦਿੱਤੇ ਜਾਂਦੇ ਹਨ ਡੰਡੀ। ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਅਮਰੀਕਾ ਇਹ ਗੱਲਬਾਤ ਜਾਰੀ ਰੱਖੇਗਾ ਡੰਡੀ। ਚੀਨ ਦੇ ਸਰਕਾਰੀ ਮੀਡੀਆ ਨਾਲ ਗੱਲ ਕਰਦੇ ਹੋਏ ਇੱਕ ਚੀਨੀ ਪ੍ਰਤੀਨਿਧੀ ਨੇ ਕਿਹਾ ਚੀਨ ਨਹੀਂ ਸਗੋਂ ਅਮਰੀਕਾ ਨੇ ਪ੍ਰੋਟੋਕੋਲ ਦੀ ਉਲੰਘਣਾ ਕੀਤੀ, ਕਿਉਂਕਿ ਸ਼ੁਰੂਆਤ 'ਚ ਆਪਣੀ ਗੱਲ ਕਰਨ ਦਾ ਜੋ ਤੈਅ ਸਮਾਂ ਮਿਲਦਾ ਹੈ ਉਹ ਉਸ ਤੋਂ ਵੱਧ ਸਮੇਂ ਤੱਕ ਬੋਲਦੇ ਰਹੇ ਡੰਡੀ। ਉਹ ਚੀਨ ਦੀ ਘਰੇਲੂ ਅਤੇ ਵਿਦੇਸ਼ ਨੀਤੀ 'ਤੇ ਆਧਾਰਹੀਨ ਹਮਲਾ ਕਰ ਰਹੇ ਸਨ ਡੰਡੀ। ਉਹਨਾਂ ਨੇ ਇਹ ਵੀ ਕਿਹਾ ਕਿ ਚੀਨ ਅਤੇ ਅਮਰੀਕਾ ਦੇ ਸਬੰਧਾਂ 'ਚ ਪਹਿਲਾਂ ਜੋ ਮੁਸ਼ਕਲਾਂ ਰਹੀਆਂ ਹਨ ਉਹਨਾਂ ਨੂੰ ਅੱਗੇ ਨਹੀਂ ਵਧਣ ਦੇਣਾ ਚਾਹੀਦਾ ਡੰਡੀ। ਬਾਈਡਨ ਪ੍ਰਸ਼ਾਸਨ ਨੇ ਚੀਨ ਦੇ ਨਾਲ ਅਮਰੀਕਾ ਦੇ ਸਬੰਧਾਂ ਨੂੰ ਸੁਧਾਰਨ ਦੀ ਇੱਕ ਕੋਸ਼ਿਸ਼ ਨੂੰ 21ਵੀਂ ਸਦੀ ਦਾ ਸਭ ਤੋਂ ਵੱਡਾ ਸਿਆਸੀ ਟੈਸਟ ਦੱਸਿਆ ਹੈ, ਪਰ ਜਿਸ ਤਰ੍ਹਾਂ ਦੀ ਸ਼ੁਰੂਆਤ ਦੋਵਾਂ ਦੇਸ਼ਾਂ ਨੇ ਆਪਣੀ
ਗੱਲਬਾਤ 'ਚ ਕੀਤੀ ਹੈ ਉਸ ਨਾਲ ਇਹਨਾਂ 'ਤੇ ਤੈਅ ਹੈ ਕਿ ਦੋਵਾਂ ਦੇਸ਼ਾਂ 'ਚ ਸੁਲ੍ਹਾ ਦਾ ਰਾਹ ਬਹੁਤ ਚੁਣੌਤੀਪੂਰਨ ਹੋਣ ਵਾਲਾ ਹੈ। ਡੰਡੀ।